सत श्री अकाल। देह शिवावर मोहे ए है, शुभ कर्मन ते कभी हूं न डरूं। ना डरूं अर सो जब जाए लरो, निश्चय कर अपनी जीत करो। और सिख हो अपने ही मन को, जह लालच हो गुण तो उचरो। जब आव की औद निधान बने, अत ही रण में तब जूझ मरो। दोस्तों, ਅੱਜ ਦੀ ਜੋ ਪਲਾਨ ਤੇ ਪ੍ਰੈਜੈਂਟੇਸ਼ਨ ਹੈ ਤੁਹਾਡੀ ਜ਼ਿੰਦਗੀ ਨੂੰ ਲੈ ਕੇ। ਆਪਣੇ ਜਿਹੜੇ ਦੋਸਤ ਕੰਮ ਕਰ ਰਹੇ ਨੇ ਔਰ ਚਾਹੇ ਉਹ ਜੌਬ ਕਰ ਰਹੇ ਨੇ ਔਰ ਉਹ ਆਪਣੀ ਇਨਕਮ ਤੇ ਸੰਤੁਸ਼ਟ ਨਹੀਂ ਹੈ, ਔਰ ਉਹਨਾਂ ਲਈ ਇਹ ਬਹੁਤ ਵਧੀਆ ਕਾਰਗਰ ਸਿੱਧ ਹੋਵੇਗਾ ਕਿਉਂਕਿ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਐਕਸਟਰਾ ਤੁਸੀਂ ਇਸ ਪਲਾਨ ਨੂੰ ਦੇਖ ਕੇ ਸਮਝ ਕੇ ਲੈ ਸਕਦੇ ਹੋ। ਜਾਣੀ ਕਿ ਜਿੰਨਾ ਤੁਹਾਨੂੰ ਪੈਸਾ ਚਾਹੀਦਾ ਉਨੀ ਇਧਰੋਂ ਐਕਸਟਰਾ ਇਨਕਮ ਮਿਲੇਗੀ। ਔਰ ਦੋਸਤੋ, ਤੁਸੀਂ ਕਰਨਾ ਕੀ ਹੈ ਔਰ ਇਸ ਪਲਾਨ ਨੂੰ ਸਮਝਣਾ, ਕੌਨਸੈਂਟਰੇਸ਼ਨ ਇਕਾਗਰਤਾ ਨਾਲ ਸੁਣਨਾ ਸਮਝਣਾ, ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੀ ਲਾਈਫ ਦੇ ਵਿੱਚ ਇਹ ਜੋ ਪਲਾਨ ਹੈ ਔਰ ਵਧੀਆ ਸੁਧਾਰ ਲਿਆ ਸਕੇ। ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰ ਲੇਬਰ ਕਰਦੇ ਨੇ, ਜੌਬ ਕਰਦੇ ਨੇ ਜਾਂ ਕੋਈ ਐਕਸਟਰਾ ਬਿਜ਼ਨਸ ਕਰਦੇ ਨੇ, ਤਾਂ ਉਹਨਾਂ ਨੂੰ ਇਸ ਕਰਕੇ ਇਹ ਸਾਰਾ ਕੁਝ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਦੀ ਜੋ ਫਾਈਨੈਂਸ਼ੀਅਲ ਪ੍ਰੋਬਲਮ ਹੈ ਉਹ ਸੋਲਵ ਨਹੀਂ ਹੋ ਪਾਉਂਦੀ। ਕਿਉਂਕਿ ਇਸ ਕਰਕੇ ਸੋਲਵ ਨਹੀਂ ਹੋ ਪਾਉਂਦੀ ਕਿਉਂਕਿ ਉਹਨਾਂ ਨੂੰ ਜਿੰਨੀ ਇਨਕਮ, ਜਿੰਨਾ ਪੈਸਾ ਚਾਹੀਦਾ ਉਹ ਮਿਲ ਨਹੀਂ ਪਾਉਂਦਾ। ਇਸ ਕਰਕੇ ਦੋਸਤੋ, ਅੱਜ ਦਾ ਜੋ ਪਲਾਨ ਪ੍ਰੈਜੈਂਟੇਸ਼ਨ ਇਸੇ ਚੀਜ਼ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਤੁਹਾਡੀ ਜ਼ਰੂਰਤ ਨੂੰ ਮੁੱਖ ਰੱਖਦਿਆਂ SLC ਮਾਰਟ ਨੇ, ਲਾਈਫਸਟਾਈਲ LLP ਕੰਪਨੀ ਨੇ SLC ਮਾਰਟ ਜੋ ਸਿਸਟਮ ਲਾਂਚ ਕੀਤਾ, ਸ਼ੁਰੂ ਕੀਤਾ, ਇਹ ਸਿਰਫ ਤੁਹਾਡੇ ਹੀ ਉਹਨਾਂ ਦੋਸਤਾਂ ਮਿੱਤਰਾਂ ਲਈ ਹੈ ਜੋ ਪਾਰਟ ਟਾਈਮ ਐਕਸਟਰਾ ਇਨਕਮ ਕਰਨਾ ਚਾਹੁੰਦੇ ਨੇ। ਔਰ ਬਹੁਤ ਸੌਖਾ ਹੈ, ਕੋਈ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਐਫਰਟ ਕਰਨ ਦੀ ਜ਼ਰੂਰਤ ਨਹੀਂ ਹੈ, ਸਿਰਫ ਸਮਝਣਾ ਹੀ ਹੈ ਔਰ ਕਰਨਾ। ਕੋਈ ਐਕਸਟਰਾ, ਕੋਈ ਇਹਦੇ ਵਿੱਚ ਇਹ ਨਹੀਂ ਐਫਰਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੁਹਾਨੂੰ। ਔਰ ਮੈਂ ਇਹ ਜੋ ਆਪਣਾ PDF ਤੇ ਤੁਹਾਨੂੰ ਪਲਾਨ ਮੈਂ ਸ਼ੇਅਰ ਕਰਾਂਗਾ, ਜਾਣਕਾਰੀ ਦੇਵਾਂਗਾ, ਤੁਸੀਂ ਧਿਆਨ ਪੂਰਵਕ ਹੋ ਕੇ ਇਹਨੂੰ ਸਮਝਣਾ। ਅੱਜ ਦੀ ਜੋ ਪ੍ਰੈਜੈਂਟੇਸ਼ਨ ਆ ਪਲਾਨ ਨੂੰ ਲੈ ਕੇ ਹੈ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਚੇਂਜ ਆਵੇ। ਵੈਲਕਮ ਟੂ SLC ਮਾਰਟ। SLC ਮਾਰਟ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਕਮ ਟੂਗੇਦਰ, ਲੈਟ ਅਸ ਮੇਕ ਆਵਰ ਲਾਈਵਸ ਹੈਪੀਅਰ ਵਿਦ ਏ ਗ੍ਰੇਟ ਸਿਸਟਮ। ਆਓ ਸਾਰੇ ਮਿਲ ਕੇ ਇਸ ਗ੍ਰੇਟ ਸਿਸਟਮ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਈਏ। ਦਾ ਰਾਈਟ ਟਾਈਮ, ਦਾ ਬਿਲਡਸ ਯੂਅਰ ਫਿਊਚਰ। ਤੁਹਾਡਾ ਸਹੀ ਸਮੇਂ ਤੇ ਸਹੀ ਫੈਸਲਾ ਲੈ ਗਿਆ ਤੁਹਾਡਾ ਫਿਊਚਰ ਭਵਿੱਖ ਬਣਾਵੇਗਾ। ਦੋਸਤੋ, ਕੋਈ ਵੀ ਕੰਮ ਕਰਦੇ ਆ ਸਾਨੂੰ ਕੁਝ ਗਵਰਨਮੈਂਟ ਆਫ ਇੰਡੀਆ ਤੋਂ ਲੀਗਲਟੀ ਚਾਹੀਦੀ ਹੁੰਦੀ ਹੈ, ਜਿਵੇਂ ਸਰਟੀਫਿਕੇਟ। ਉਹ ਸਾਰੇ ਲੀਗਲ ਡਾਕੂਮੈਂਟ ਨੇ ਸਾਡੇ ਕੋਲੇ, ਇਹ ਸਾਰੇ ਤੁਸੀਂ ਦੇਖ ਸਕਦੇ ਹੋ। ਗਵਰਨਮੈਂਟ ਆਫ ਇੰਡੀਆ ਤੋਂ ਇਹ ਮਨਜ਼ੂਰਸ਼ੁਦਾ ਡਾਕੂਮੈਂਟ ਨੇ। ਦੋਸਤੋ, ਜੋ ਸਾਡੇ ਸੀਨੀਅਰ ਨੇ ਔਰ ਉਹਨਾਂ ਦਾ ਇਹ ਮੈਸੇਜ ਹੈ, ਡਾਇਰੈਕਟਰ ਜੀ ਦਾ ਮੈਸੇਜ ਆ, ਉਹ ਸੁਣੋ ਧਿਆਨ ਨਾਲ। ਉਹ ਕੀ ਕਹਿੰਦੇ ਨੇ? ਵੈਲਕਮ ਟੂ SLC ਮਾਰਟ ਫੈਮਿਲੀ। SLC ਮਾਰਟ ਫੈਮਿਲੀ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। You will find that your decision to join SLC Mart has been your best step toward a cheerful and prosperous life. ਤੁਹਾਡਾ ਜੋ SLC ਮਾਰਟ ਵਿੱਚ ਸ਼ਾਮਲ ਹੋਣ ਦਾ ਜੋ ਫੈਸਲਾ ਬਹੁਤ ਵਧੀਆ ਔਰ ਤੁਹਾਡੀ ਲਾਈਫ ਚੇਂਜ ਹੋਵੇਗੀ, ਜ਼ਿੰਦਗੀ ਦੇ ਵਿੱਚ ਬਦਲਾਵ ਹੋਵੇਗਾ। Aim of SLC Mart is to create human life additional prosperous and happy। SLC ਦਾ ਜੋ ਏਮ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣ, ਖੁਸ਼ੀਆਂ ਨਾਲ ਭਰਪੂਰ ਹੋਵੇ। This system not only provide you an opportunity to earn but also a golden chance to try and do work that is based on human value. Moreover, this work offers you an opportunity to develop your personality। ਦੋਸਤੋ, ਇਹ ਪੈਸਾ ਹੀ ਨਹੀਂ ਕਮਾਉਣਾ ਸਿਖਾਉਂਦਾ, ਇਹ ਪੈਸਾ ਕਮਾਉਣ ਦਾ ਹੀ ਮੌਕਾ ਨਹੀਂ ਦਿੰਦਾ ਤੁਹਾਨੂੰ। ਬਹੁਤ ਵਧੀਆ ਸੁਨਹਿਰੀ ਮੌਕਾ ਤੁਹਾਡੇ ਅੱਛੇ ਕਰੈਕਟਰ ਨੂੰ, ਜਿਹੜਾ ਆਪਾਂ ਸੋਚਦੇ ਹਾਂ ਕਿ ਸਾਡਾ ਅੱਛਾ ਕਰੈਕਟਰ, ਸਾਨੂੰ ਮੌਕਾ ਨਹੀਂ ਮਿਲਿਆ, ਅਸੀਂ ਲੋਕਾਂ ਨੂੰ ਕੁਛ ਕਰਕੇ ਦਿਖਾਉਣਾ ਸੀ, ਉਹ ਵੀ ਇਹ ਤੁਹਾਨੂੰ ਮੌਕਾ ਦੇਵੇਗਾ ਔਰ ਤੁਹਾਨੂੰ ਡਿਵੈਲਪ ਕਰੇਗਾ, ਤੁਹਾਡੀ ਪਰਸਨੈਲਿਟੀ ਵਿੱਚ ਬਹੁਤ ਵਾਧਾ ਕਰੇਗਾ, ਪਰਸਨੈਲਿਟੀ ਵਧੇਗੀ। ਔਰ ਲੈਟਸ ਗੈਟ ਆਰਡਰ ਟੂਗੇਦਰ, ਬੀ ਪਾਰਟ ਆਫ ਦਿਸ ਮਿਸ਼ਨ wholeheartedly and become a
ਪਾਈਨੀਅਰ ਵਿਦਨ ਦਾ ਜਰਨੀ ਆਫ ਮੇਕਿੰਗ ਏ ਗ੍ਰੇਟ ਫਿਊਚਰ। ਆਓ ਸਾਰੇ ਇਕੱਠੇ ਹੋ ਕੇ ਦਿਲ ਤੋਂ ਇਸ ਮਿਸ਼ਨ ਦਾ ਹਿੱਸੇਦਾਰ ਬਣੀਏ ਔਰ ਪਾਈਨੀਅਰ ਮੁਖੀ ਬਣੀਏ। ਇਸ ਯਾਤਰਾ ਦੇ ਵਿੱਚ ਅਸੀਂ ਇਸ ਸਫਲ ਹੋਣ ਦੀ ਯਾਤਰਾ ਦੇ ਵਿੱਚ ਅਸੀਂ ਮੁਖੀ ਬਣੀਏ, ਪਾਈਨੀਅਰ ਬਣੀਏ ਆਪਣੇ ਫਿਊਚਰ ਨੂੰ ਲੈ ਕੇ। ਇਸ ਵਿੱਚ ਆਪਾਂ ਗ੍ਰੇਟ ਫਿਊਚਰ ਬਣਾ ਸਕਦੇ ਹਾਂ। ਔਰ ਆਈ ਵਿਸ਼ ਯੂ ਗ੍ਰੇਟ ਸਕਸੈਸ ਐਂਡ ਪ੍ਰੋਸਪੈਰਿਟੀ ਥਰੂ ਆਊਟ ਯੂਅਰ ਲਾਈਫ। ਡਾਇਰੈਕਟਰ ਸਾਹਿਬ ਕਹਿੰਦੇ ਨੇ ਕਿ ਮੈਂ ਤੁਹਾਨੂੰ ਵਿਸ਼ੇਸ਼ ਕਰਦਾਗਾ, ਮੇਰੇ ਵੱਲੋਂ ਇਹ ਦੁਆਵਾਂ ਨੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਕਸੈਸ, ਸਫਲਤਾ ਆਵੇ ਔਰ ਤੁਹਾਡੀ ਜਿਹੜੀ ਜ਼ਿੰਦਗੀ ਆ ਉੱਚੀਆਂ ਬੁਲੰਦੀਆਂ ਨੂੰ ਛੂਵੇ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਅਵਾਰਡਸ ਦੀ। SLC Mart aims to provide quality product for all the people। SLC Mart ਦਾ ਜੋ ਏਮ ਹੈ ਉਹ ਸਾਰੇ ਹੀ ਲੋਕਾਂ ਨੂੰ, ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਅੱਛੀ ਕੁਆਲਿਟੀ ਦਾ ਪ੍ਰੋਡਕਟ ਪ੍ਰੋਵਾਈਡ ਕਰਵਾਉਣਾ। We have imagined a one-stop shop convenience store providing a variety of shopping products। ਇਹ ਸਾਰੇ ਪ੍ਰੋਡਕਟ ਜਿਹੜੇ ਇੱਕੋ ਹੀ ਸ਼ਾਪ ਤੇ, ਇੱਕੋ ਹੀ ਦੁਕਾਨ ਤੇ ਤੁਹਾਨੂੰ ਪ੍ਰੋਵਾਈਡ ਕਰਾਏ ਜਾਣਗੇ। ਜਿਵੇਂ ਕਿ ਅੰਡਰ ਸ਼ਾਪਿੰਗ, ਇਹ ਸਾਰੇ ਪ੍ਰੋਡਕਟ, ਇਸ ਦੇ ਪ੍ਰੋਡਕਟ ਜਿਹੜੇ ਆ ਇਹ ਸਾਰੇ ਇਸ ਦੇ ਅੰਦਰ ਆਉਣਗੇ। ਜਿਵੇਂ ਕਿ ਮੈਨਸ, ਵੂਮੈਨਸ, ਬੇਬੀ ਐਂਡ ਕਿਡਸ, clothes, grocery, nutrition and supplements, ayurveda, herbal, home care, personal care, beauty care, electronics, books and media and FMCG products। ਕਹਿਣ ਦਾ ਮਤਲਬ ਸਾਰੇ ਹੀ ਉਹ ਪ੍ਰੋਡਕਟ ਸਾਨੂੰ ਉਪਲਬਧ ਕਰਵਾਏ ਜਾਣਗੇ ਜੋ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਯੂਜ਼ ਕਰਦੇ ਹਾਂ, ਚਾਹੇ ਉਹ ਖਾਣ ਵਾਲੇ ਨੇ, ਚਾਹੇ ਉਹ ਪਹਿਨਣ ਵਾਲੇ ਨੇ। ਇਸ ਤੋਂ ਬਾਅਦ SLC Mart is a fast growing brand marketing। SLC ਹੈ ਜੋ ਉਹ ਬਹੁਤ ਜਲਦੀ ਤੇਜ਼ੀ ਨਾਲ ਮਾਰਕੀਟ ਦੇ ਵਿੱਚ ਇਹਦਾ ਜੋ ਬ੍ਰਾਂਡ ਆ ਉਹ ਫੈਲ ਰਿਹਾ, ਚੱਲ ਰਿਹਾਗਾ। SLC Mart is looking to add more franchisee, reseller, dealers and distributor to its existing network। ਔਰ ਇਹ ਬਹੁਤ ਸਾਰੇ ਲੋਕਾਂ ਨਾਲ ਮਿਲ ਕੇ, ਜਿਵੇਂ ਫਰੈਂਚਾਈਜ਼ੀ, ਰੀਸੇਲਰ, ਡੀਲਰਸ, ਇਹਨਾਂ ਦੇ ਨਾਲ ਮਿਲ ਕੇ ਆਪਣਾ ਨੈਟਵਰਕ ਫੈਲਾ ਰਹੀ ਹੈ ਪੂਰੀ ਮਾਰਕੀਟ ਦੇ ਵਿੱਚ ਔਰ ਵੱਧ ਰਿਹਾ ਇਹ ਕੰਮ। ਔਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਾਰਾ ਕੁਝ ਲਿਆ ਸਕਦੇ ਹੋ। We look at in this article we look at the procedure for starting a SLC Mart franchisee in India। ਪੂਰੀ ਇੰਡੀਆ ਦੇ ਵਿੱਚ SLC ਵੱਲੋਂ ਮਾਰਟ ਖੋਲੇ ਜਾ ਰਹੇ ਨੇ, ਉਹ ਪ੍ਰੋਸੈਸ ਸਟਾਰਟ ਹੋ ਚੁੱਕਿਆ, ਪ੍ਰੋਸੀਜਰ ਸ਼ੁਰੂ ਹੋ ਚੁੱਕਿਆ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸਾਡੇ ਡ੍ਰੀਮ ਦੀ। ਇਹ ਜੋ ਆਪਾਂ ਦੇਖ ਰਹੇ ਹਾਂ ਇਹ ਸਾਰੇ ਹੀ ਦੋਸਤਾਂ ਮਿੱਤਰਾਂ ਦੇ ਡ੍ਰੀਮ ਹੁੰਦੇ ਨੇ। ਆਪਾਂ ਸਾਰੇ ਇਹ ਦੇਖਦੇ ਹਾਂ ਬੈਸਟ ਐਜੂਕੇਸ਼ਨ, ਯਾਨੀ ਕਿ ਖੁਦ ਅਸੀਂ ਜਾਂ ਸਾਡੇ ਬੱਚਿਆਂ ਲਈ ਵਧੀਆ ਕੁਆਲਿਟੀ ਦੇ ਸਕੂਲਾਂ 'ਚ, ਕਾਲਜਾਂ 'ਚ ਅਸੀਂ ਪਾਈਏ ਤਾਂ ਕਿ ਉਹਨਾਂ ਦੀ ਜਿਹੜੀ ਬੈਸਟ ਐਜੂਕੇਸ਼ਨ ਹੋਵੇ। ਫਿਰ ਸਾਡੀ ਇੱਛਾ ਅਨੁਸਾਰ ਲਗਜ਼ਰੀ ਕਾਰ ਹੋਣੀ ਚਾਹੀਦੀ ਹੈ, ਡ੍ਰੀਮ ਹਾਊਸ ਹੋਣਾ ਚਾਹੀਦਾ, ਫੈਮਿਲੀ ਟੂਰ ਹੋਣੇ ਚਾਹੀਦੇ, ਫਾਈਨੈਂਸ਼ੀਅਲ ਫਰੀडम ਹੋਣੀ ਚਾਹੀਦੀ ਹੈ, ਪੈਸੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਟਾਈਮ ਫਰੀडम ਹੋਣਾ ਚਾਹੀਦਾ, ਰਿਸਪੈਕਟ, ਸਾਡੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰੀ, ਸਕੇ ਸੌਂਦਿਆਂ ਦੇ ਵਿੱਚ ਸਾਡੀ ਰਿਸਪੈਕਟ ਹੋਣੀ ਚਾਹੀਦੀ ਹੈ। ਔਰ ਜੇ ਸਾਡੇ ਕੋਲ ਪੈਸਾ ਔਰ ਸਾਡੀ ਹੈਲਥ ਐਂਡ ਫੈਮਿਲੀ ਸਿਕਿਉਰਿਟੀ ਹੋਵੇਗੀ, ਬਹੁਤ ਅੱਛਾ ਸਾਡਾ ਮੰਨ ਲਓ ਕਹਿਣ ਦਾ ਮਤਲਬ ਕਿ ਸਾਡੀ ਸਿਹਤ ਔਰ ਅਸੀਂ ਆਪਣੇ ਪਰਿਵਾਰ ਨੂੰ ਮੈਨੇਜ ਕਰ ਪਾਉਣੇ ਆ। ਇਹ ਅਸੀਂ ਸਾਰੇ ਹੀ ਦੇਖਦੇ ਹਾਂ। ਤੇ ਕੀ ਨੈਕਸਟ ਸਰ, ਕੀ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਸੀਰੀਅਸ ਆ ਕਿ ਸਾਡੀ ਅਗਰ ਜੇ ਇਨਕਮ ਘੱਟ ਹੈ ਤਾਂ ਅਸੀਂ ਇਹ ਚੀਜ਼ਾਂ ਪੂਰੀਆਂ ਕਰ ਸਕਦੇ ਹਾਂ? ਕਿਉਂਕਿ ਵਾਈ ਕੰਪਰੋਮਾਈਜ਼ ਯੂਅਰ ਡ੍ਰੀਮਸ, ਅਗਰ ਸਾਡੇ ਇਹ ਡ੍ਰੀਮ ਨੇ ਤਾਂ ਸਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਕਿਉਂਕਿ ਸਾਡੀ ਇਨਕਮ ਘੱਟ ਆ ਔਰ ਡ੍ਰੀਮ ਸਾਡੇ ਵੱਡੇ ਨੇ। ਦੋਸਤੋ ਇਹ ਚੀਜ਼ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਆਪਾਂ ਜੇ ਸਾਡੀ ਇਨਕਮ ਘੱਟ ਹੈ ਤਾਂ ਸਾਡੇ ਡ੍ਰੀਮ ਵੱਡੇ ਨੇ, ਤਾਂ ਅਗਰ ਜੇ ਸਾਡੇ ਜਾਂ ਤਾਂ ਸਾਨੂੰ ਡ੍ਰੀਮ ਛੋਟੇ ਕਰਨੇ ਪੈਣੇ ਆ ਤੇ ਜਾਂ ਸਾਨੂੰ ਇਨਕਮ ਨੂੰ ਇਨਕਰੀਜ਼ ਕਰਨਾ ਪਵੇਗਾ। ਹੁਣ ਦੋਸਤੋ ਆਪਾਂ ਇਹਨਾਂ ਚਾਰ ਲੋਕਾਂ ਦੀ ਗੱਲ ਕਰਦੇ ਹਾਂ ਕਿਉਂਕਿ ਦੇਖੋ ਅਲੱਗ-ਅਲੱਗ ਜਗ੍ਹਾ ਤੇ ਆਪਾਂ ਸਟੈਂਡ ਕਰਦੇ ਹਾਂ। ਇੰਪਲਾਈਜ਼, ਜਾਣੀ ਕਿ ਅਸੀਂ ਸੈਲਫ ਇੰਪਲਾਈਜ਼ ਆਏ ਨੇ ਜਾਂ ਅਸੀਂ ਇੰਪਲਾਈ ਆਏ ਨੇ। ਜੇ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਪੈਸਾ ਆਉਂਦਾ, ਅਗਰ ਨਹੀਂ ਆਉਂਦਾ ਤਾਂ ਇਹ ਸਮਝ ਲਓ ਤਾਂ ਅਸੀਂ ਇਹਦੇ ਵਿੱਚ ਹਾਰਡ ਵਰਕ ਵੀ ਕਰਦੇ ਹਾਂ ਔਰ ਲਿਮਿਟਡ ਸਾਡੀ ਇਨਕਮ ਵੀ ਹੈ, ਐਕਟਿਵ ਇਨਕਮ ਹੁੰਦੀ ਹੈ। ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਪੈਸਾ ਆਉਂਦਾ, ਨਹੀਂ ਤਾਂ ਸਾਨੂੰ ਨਹੀਂ ਆਉਂਦਾ। ਇਹ ਸੀ ਇੰਪਲਾਈ ਜੀ ਦੀ ਜਾਂ ਸੈਲਫ ਇੰਪਲਾਈ ਗੱਲ। ਹੁਣ ਗੱਲ ਕਰਦੇ ਹਾਂ ਆਪਾਂ ਜਿਹੜੇ ਸਾਡੀ ਜ਼ਿਆਦਾ ਇਨਕਮ ਦੀ ਗੱਲ ਕਰਦੇ ਹਾਂ। ਉੱਥੇ ਸਾਨੂੰ ਜ਼ਿਆਦਾ ਇਨਕਮ ਹੁੰਦੀ ਹੈ, ਬਿਜ਼ਨਸਮੈਨ ਨੂੰ ਜ਼ਿਆਦਾ ਇਨਕਮ ਹੁੰਦੀ ਹੈ
ਕਿਉਂਕਿ ਉਹਨਾਂ ਨੇ ਇਨਵੈਸਟਮੈਂਟ ਵੀ ਕੀਤੀ ਹੁੰਦੀ ਹੈ, ਇਨਵੈਸਟਰ ਹੁੰਦੇ ਨੇ, ਉਹ ਇਹ ਤਾਂ ਸਮਾਰਟ ਵਰਕ 'ਚ ਆ ਜਾਂਦਾ ਗਾ। ਔਰ ਅਨਲਿਮਿਟਿਡ ਇਨਕਮ ਹੁੰਦੀ ਹੈ, ਪੈਸਿਵ ਇਨਕਮ ਆ। ਇੱਥੇ ਤੁਸੀਂ ਕੰਮ ਨਾ ਵੀ ਕਰੋਗੇ ਤਾਂ ਵੀ ਪੈਸਾ ਤੁਹਾਨੂੰ ਆਵੇਗਾ। ਔਰ ਦੋਸਤੋ ਇੱਥੇ ਕੀ ਹੈ, ਲੱਖਾਂ ਰੁਪਇਆ ਲਗਾ ਕੇ ਹਜ਼ਾਰਾਂ ਰੁਪਇਆ ਕਮਾਇਆ ਜਾਂਦਾ ਗਾ, ਔਰ ਕਰੋੜਾਂ ਰੁਪਇਆ ਲਾ ਕੇ ਲੱਖਾਂ ਰੁਪਇਆ ਕਮਾਇਆ ਜਾਂਦਾ ਗਾ। ਤੁਸੀਂ ਆਪ ਜਾਣਦੇ ਹੋ, ਅਗਰ ਜੇ ਤੁਸੀਂ ਲੱਖਾਂ ਕਰੋੜਾਂ ਰੁਪਇਆ ਲਗਾ ਕੇ ਹਜ਼ਾਰਾਂ ਲੱਖਾਂ ਰੁਪਇਆ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਇਨਵੈਸਟ ਕਰ ਸਕਦੇ ਹੋ, ਬਿਜ਼ਨਸ ਕੋਈ ਚਲਾ ਸਕਦੇ ਹੋ। ਅੱਜ ਕੱਲ ਤੁਹਾਨੂੰ ਪਤਾ ਹੀ ਹੈ, ਕੰਪੀਟੀਸ਼ਨ ਦਾ ਜ਼ਮਾਨਾ, ਬਿਜ਼ਨਸ ਵੀ ਬਹੁਤ ਮੁਸ਼ਕਲਾਂ ਨਾਲ ਖੜਾ ਕਰਨਾ ਪੈਂਦਾ, ਸਟੈਂਡ ਕਰਨਾ ਪੈਂਦਾ। ਹੁਣ ਦੋਸਤੋ ਮੈਂ ਤੁਹਾਨੂੰ ਆਉਣ ਵਾਲਾ ਸਮਾਂ, ਜਿਵੇਂ ਆਪਾਂ ਗੱਲ ਕਰੀਏ ਸਾਨੂੰ ਇਨਕਮ ਕਿਉਂ ਵਧਾਉਣੀ ਚਾਹੀਦੀ ਹੈ, ਕਿਉਂਕਿ ਆਉਣ ਵਾਲਾ ਸਮਾਂ ਇਦਾਂ ਦਾ ਗਾ। ਔਰ ਜੋ ਆਪਾਂ ਗੱਲ ਕਰਦੇ ਹਾਂ ਅਗਲੀ ਸਲਾਈਡ ਦੀ, ਉਹਦੇ ਵਿੱਚ ਕੀ ਦਿਖਾਇਆ ਜਾਵੇਗਾ ਕਿ ਜਿਹੜੇ ਹਾਲਾਤ ਆਪਣੇ ਚੱਲ ਰਹੇ ਨੇ, ਜਿਵੇਂ ਆਪਾਂ ਆਉਣ ਵਾਲੇ ਹਾਲਾਤ ਜਾਂ ਜਿਵੇਂ ਬੀਤਿਆ ਹੋਇਆ ਸਮਾਂ, ਉਹ ਡੀਅਰਨੈਸ ਫਲੋ ਚਾਰਟ ਦੀ ਗੱਲ ਕਰਦੇ ਆ। ਔਰ ਇਹ ਇੰਪੋਰਟੈਂਟ ਸਟੈਟਿਕਸ ਔਰ ਇਹ ਰਿਪੋਰਟ ਹੈ ਜਿਹੜੀ ਅਰਥ ਸ਼ਾਸਤਰੀਆਂ ਨੇ ਬਣਾਈ ਹੋਈ ਹੈ। ਇਹ ਐਵਰੇਜ ਮੰਥਲੀ ਐਕਸਪੈਂਸਸ ਆਫ ਏ ਮਿਡਲ ਕਲਾਸ ਫੈਮਿਲੀ ਸਰਵਾਈਵਲ ਹੈ ਇਹ, ਕਿਉਂਕਿ ਇੰਨੇ ਰੁਪਈਆਂ ਨਾਲ ਆਪਾਂ ਸਰਵਾਈਵਲ ਕਰਦੇ ਸੀਗੇ ਕਿ ਜਿਵੇਂ 1940 ਦੀ ਗੱਲ ਕਰੀਏ ਤਾਂ ਉਦੋਂ ਜਿਹੜਾ 5 ਰੁਪਏ ਮਹੀਨੇ ਦਾ ਕਮਾਉਂਦੇ ਸੀ ਜਾਂ ਸਾਡੇ ਘਰ ਦੇ ਵਿੱਚ ਆਉਂਦਾ ਸੀ ਤਾਂ ਵਧੀਆ ਸਰਵਾਈਵਲ ਹੁੰਦਾ ਸੀ, ਅਸੀਂ ਖਰਚੇ ਮੇਨਟੇਨ ਹੁੰਦੇ ਸੀਗੇ। ਇੱਕ ਮਿਡਲ ਕਲਾਸ ਦੀ ਗੱਲ ਹੈ ਜੀ। 1960 ਦੇ ਵਿੱਚ ਮਹਿੰਗਾਈ 10% ਵਧੀ ਔਰ ਇਹ ਕਿੰਨਾ ਹੋ ਗਿਆ 50 ਰੁਪਏ। 1980 ਦੇ ਵਿੱਚ ਇਹ 500 ਦੀ ਦਰ ਚਲੀ ਗਈ ਔਰ 2000 ਦੇ ਵਿੱਚ ਇਹ 5000। ਦੋਸਤੋ 2020 ਆਪਾਂ ਹੁਣੀ ਪਿਛਲੇ ਸਾਲ ਆਪਾਂ ਦੇਖਿਆ ਹੀ ਹੈ ਕਿ ਜੇ ਅਗਰ ਸਾਨੂੰ 50000 ਰੁਪਇਆ ਨਹੀਂ ਆਉਂਦਾ, ਕਿਉਂਕਿ ਖਰਚੇ ਤਾਂ ਵਧੇ ਹੀ ਹੈ, ਔਰ ਤਾਂ ਸਾਡੀ ਜਿਹੜੀ ਇਨਕਮ ਆ ਤਾਂ ਜੇ ਅਗਰ 50000 ਰੁਪਇਆ ਸੀ ਤਾਂ ਅਸੀਂ ਖਰਚੇ ਮੈਨੇਜ ਕੀਤੇ, ਨਹੀਂ ਤਾਂ ਕਰਜ਼ਾ ਵੀ ਚੜ ਸਕਦਾ ਗਾ, ਹੋਰ ਬੜੀਆਂ ਸਾਰੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਹੁਣ 2040 ਵੀ ਆਵੇਗਾ, ਉੱਥੇ ਸਾਨੂੰ 5 ਲੱਖ ਰੁਪਏ ਦੀ ਜ਼ਰੂਰਤ ਪਵੇਗੀ। ਕਹਿੰਦੇ ਨੇ ਇਨ 2040 ਵਿਦ ਦਿਸ ਇਨਫਲੇਸ਼ਨ ਰੇਟ ਇਟ ਵਾਰਡ ਵੀ 5 ਲੱਖ ਰੁਪੀਸ। ਔਰ ਦੇਖੋ ਇਹ ਮਹਿੰਗਾਈ ਦੀ ਜਿਹੜੀ ਰੇਟ ਹੈ ਇਹ ਵੱਧ ਰਹੀ ਹੈ। ਡੂ ਯੂ ਥਿੰਕ ਯੂਅਰ ਇਨਕਮ ਵਿਲ ਗਰੋ ਐਟ ਪਰ ਵਿਦ ਦਾ ਇਨਫਲੇਸ਼ਨ? ਅਗਰ ਜਿਵੇਂ ਜਿਵੇਂ ਮਹਿੰਗਾਈ ਵੱਧ ਰਹੀ ਹੈ, ਅਗਰ ਜੇ ਸਾਡੀ ਇਸ ਤਰ੍ਹਾਂ ਇਨਕਮ ਵੱਧ ਰਹੀ ਹੈ ਫਿਰ ਤਾਂ ਗੁੱਡ ਹੈ, ਠੀਕ ਹੈ। ਅਗਰ ਜੇ ਸਾਡੀ ਮਹਿੰਗਾਈ ਦੇ ਨਾਲ ਨਾਲ ਇਨਕਮ ਨਹੀਂ ਵੱਧ ਰਹੀ ਤਾਂ ਸਾਨੂੰ ਇਨਕਮ ਵਧਾਉਣ ਦੀ ਜ਼ਰੂਰਤ ਹੈ। ਔਰ ਦੋਸਤੋ ਆਪਾਂ ਹੁਣ ਕਮਾਈ ਕੀਤੀ, ਪੈਸਾ ਕਮਾਇਆ, ਔਰ ਜਦੋਂ ਵੀ ਇਹ ਆਪਾਂ 5 ਰੁਪਈਆ ਤੋਂ ਸ਼ੁਰੂਆਤ ਗੱਲ ਕੀਤੀ ਸੀ ਔਰ 50000 ਰੁਪਏ ਤੇ ਆਪਾਂ ਪਹੁੰਚੇ, ਔਰ ਹੁਣ ਆਉਣ ਵਾਲੇ ਸਮੇਂ ਦੇ 2040 ਦੇ ਵਿੱਚ 50000 ਦੀ ਗੱਲ ਕੀਤੀ। ਔਰ ਆਪਾਂ ਕੀਤਾ ਕੀ ਦੋਸਤੋ, ਇਹਨਾਂ 5 ਰੁਪਈਆ ਦਾ, 50 ਰੁਪਈਆ ਦਾ, 500 ਦਾ, 50000, 5000 ਦਾ, 50000 ਦਾ ਜਾਂ 5 ਲੱਖ ਦਾ ਕੀ ਕਰਾਂਗੇ ਦੋਸਤੋ? ਕਰਨਾ ਕੀ ਹੈ, ਆਪਣੇ ਪਰਿਵਾਰ ਨੂੰ ਚਲਾਵਾਂਗੇ ਆਪਾਂ, ਆਪਣੇ ਪਰਿਵਾਰ ਦੇ ਜਿਹੜੇ ਖਰਚੇ ਹੋਣਗੇ, ਚਾਹੇ ਜੋ ਵੀ ਆਪਾਂ ਖਾਣ ਪੀਣ ਪਹਿਨਣਾ ਜੋ ਵੀ ਜ਼ਰੂਰਤਾਂ ਨੇ ਉਹੀ ਖਰੀਦਦੇ ਨੇ। ਔਰ ਆਪਾਂ ਇਸੇ ਚੀਜ਼ ਤੋਂ ਅਗਰ ਤੁਹਾਨੂੰ ਅਜਿਹਾ ਸਿਸਟਮ ਦਿੱਤਾ ਜਾਵੇ, ਇਹੀ ਜੋ ਖਰਚੇ ਕੀਤੇ ਜਾਂਦੇ ਨੇ ਔਰ ਇਹਨਾਂ ਖਰਚਿਆਂ ਦੇ ਅਕੋਰਡਿੰਗ ਹੀ ਤੁਹਾਨੂੰ ਪੈਸਾ ਆਵੇ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ ਦੋਸਤੋ? ਖਰਚਾ ਇਹੀ ਜੋ ਤੁਸੀਂ ਇਨਕਮ ਕੀਤੀ ਔਰ ਤੁਹਾਨੂੰ ਪੈਸਾ ਆਇਆ, ਜੋ ਤੁਸੀਂ ਪੈਸਾ ਆਇਆ ਔਰ ਉਹ ਖਰਚਾ ਕੀਤਾ। ਹੁਣ ਤੁਹਾਨੂੰ ਇੱਕ ਅਜਿਹਾ ਓਪਰਚੁਨਿਟੀ ਸਿਸਟਮ ਦੇਣ ਜਾ ਰਿਹਾ, ਪਹਿਲਾਂ ਇਸ ਚੀਜ਼ ਨੂੰ ਸਮਝੋ ਤੁਸੀਂ, ਕਿਉਂਕਿ ਜਿਹੜੇ ਆਪਾਂ ਆਹ ਦੇਖੇ ਹਾਲਾਤ ਦੇਖੇ ਔਰ ਸਾਡੇ ਪੈਸਾ ਕਿੱਥੇ ਖਰਚ ਹੁੰਦਾ। ਔਰ ਨੈਕਸਟ ਸਲਾਈਡ ਤੇ ਆਪਾਂ ਤੁਹਾਨੂੰ ਮੈਂ ਦੱਸ ਦਾਂਗਾ ਜੋ ਮਾਰਕੀਟ ਦੇ ਹਾਲਾਤ ਨੇ, ਜੋ ਮੈਨੂਫੈਕਚਰ ਤੋਂ ਲੈ ਕੇ ਕਸਟਮਰ ਤੱਕ ਆਪਣੇ ਤੱਕ ਜੋ ਵੀ ਪ੍ਰੋਡਕਟ ਆਉਂਦਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਦੋਸਤੋ, ਬਿਫੋਰ ਵੀ ਕਮ ਏ ਰੀਸੇਲਰ ਲੈਟਸ ਹੈਵ ਏ ਲੁੱਕ ਐਟ ਦਾ ਟ੍ਰੈਡੀਸ਼ਨਲ ਮਾਰਕੀਟ ਸਿਸਟਮ। ਜਿਹੜਾ ਮਾਰਕੀਟ ਦੇ ਵਿੱਚ ਸਿਸਟਮ ਚੱਲ ਰਿਹਾ, ਜਿਵੇਂ ਕਿ ਅਸੀਂ ਜੋ ਵੀ ਪੈਸਾ ਕਮਾਉਣੇ ਆ ਜਾਂਦਾ ਸਾਡਾ ਕਿੱਥੇ ਆ, ਇਹਨਾਂ ਵਸਤੂਆਂ ਤੇ ਹੀ ਜਾਂਦਾ। ਔਰ ਇਹ ਵਸਤੂ ਆਪਾਂ ਕਿੱਥੋਂ ਖਰੀਦਦੇ ਆ? ਰਿਟੇਲਰ ਤੋਂ, ਜੋ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਆਪਾਂ ਉੱਥੋਂ ਖਰੀਦਦੇ ਆ। ਉਹ ਕਿੱਥੋਂ ਖਰੀਦਦੇ ਨੇ? ਹੋਲਸੇਲਰ ਤੋਂ। ਔਰ ਹੋਲਸੇਲਰ ਕਿੱਥੋਂ ਸਮਾਨ ਲੈ ਕੇ ਆਉਂਦਾ? ਏਜੰਸੀ ਤੋਂ। ਏਜੰਸੀ ਕਿੱਥੋਂ ਲੈ ਕੇ ਆਉਂਦੀ ਹੈ? ਨੈਸ਼ਨਲ ਏਜੰਟ ਤੋਂ। ਨੈਸ਼ਨਲ ਏਜੰਟ ਕਿੱਥੋਂ ਲੈ ਆਉਂਦਾ? ਮੈਨੂਫੈਕਚਰ ਤੋਂ। ਹੁਣ ਦੋਸਤੋ ਮੈਨੂਫੈਕਚਰ ਕੀ ਕਰਦਾ? ਆਪਣਾ ਸਮਾਨ ਵੇਚਣ ਲਈ ਐਡ ਕਰਦਾ। ਉੱਥੇ ਕੀ ਅਮਿਤਾਭ ਬੱਚਨ, ਐਸ਼ਵਰ ਰਾਏ, ਸ਼ਿਲਪਾ ਸ਼ੈਟੀ, ਸਚਿਨ ਤੰਦੂਲਕਰ ਵਰਗੇ ਜੋ ਸੈਲੀਬ੍ਰਿਟੀ ਨੇ ਉਹ ਐਡ ਕਰਨ ਲਈ ਕਰੋੜਾਂ ਰੁਪਇਆ ਲੈਂਦੇ ਨੇ। ਉਹ ਬੋਝ ਕਿਹਦੇ ਤੇ ਪਵੇਗਾ? ਕਸਟਮਰ ਤੇ। ਇੱਕ ਉਦਾਹਰਨ ਲੈਨੇ ਆਪਾਂ, 100 ਰੁਪਇਆ ਦੀ ਚੀਜ਼ ਆਪਾਂ ਨੂੰ ਖਰੀਦਣੀ ਪੈਂਦੀ ਹੈ ਔਰ ਮੈਨੂਫੈਕਚਰ ਤੋਂ ਉਹ ਕਿੰਨੇ ਦੀ ਸਟਾਰਟ ਹੁੰਦੀ ਹੈ? 40 ਰੁਪਏ ਦੀ। ਔਰ ਕਿਉਂ ਹੁੰਦੀ ਆ ਉਹ? ਕਿਉਂਕਿ ਉਹਦੀ ਐਡ ਵੀ ਕੀਤੀ ਗਈ ਹੈ, ਨੈਸ਼ਨਲ ਏਜੰਟ ਨੇ ਵੀ ਪੈਸਾ ਕਮਾਇਆ, ਏਜੰਸੀ ਨੇ ਵੀ ਕਮਾਇਆ,
ਅੱਗੇ ਹੋਲਸੇਲਰ ਨੇ ਵੀ ਕਮਾਇਆ ਤੇ ਰਿਟੇਲਰ ਨੇ ਵੀ ਕਮਾਇਆ। ਹੁਣ ਜਿਹੜਾ ਇਹ ਬੋਝ ਕਿਹਦੇ ਤੇ ਪਿਆ? ਕਸਟਮਰ ਤੇ। ਅਸੀਂ 5 ਰੁਪਏ ਤੋਂ ਲੈ ਕੇ 1940 ਦੀ ਗੱਲ ਕਰਤੀ ਔਰ 2020 ਦੀ ਗੱਲ ਕਰਦੀ ਹੈ, ਸਾਨੂੰ ਅੱਜ 50,000 ਰੁਪਏ ਦੀ ਜ਼ਰੂਰਤ ਸੀ ਪਿਛਲੇ ਸਾਲਾਂ 'ਚ, ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ 2040 ਦੇ ਵਿੱਚ ਸਾਨੂੰ 5 ਲੱਖ ਦੀ ਜ਼ਰੂਰਤ ਹੋਵੇਗੀ ਤੇ ਜਾਵੇ ਕਿੱਥੇ? ਇਹਨਾਂ ਲੋਕਾਂ ਦੇ ਵਿੱਚ ਹੀ ਸਾਡਾ ਇਹ ਪੈਸਾ ਜਿੰਨਾ ਕਮਾਇਆ ਹੋਵੇਗਾ ਜਾਵੇਗਾ। ਹੁਣ ਦੋਸਤੋ ਇਹ ਪੈਸਾ ਕਮਾਉਣ ਵੀ ਕਿਉਂ ਨਾ, ਕਿਉਂਕਿ ਇਹਨਾਂ ਨੇ ਹਾਈ ਇਨਵੈਸਟਮੈਂਟ ਕੀਤੀ ਹੁੰਦੀ ਹੈ ਮਾਰਕੀਟ ਪਲੇਸ ਦੇ ਵਿੱਚ, ਜਗ੍ਹਾ ਤੇ ਦੁਕਾਨ ਖੋਲਦੇ ਨੇ ਔਰ EMPLOYEES ਰੱਖੇ ਹੁੰਦੇ ਨੇ ਔਰ ਇਹਨਾਂ ਨੇ 12 ਘੰਟੇ ਟਾਈਮ ਡੇਲੀ ਵਰਕ ਕਰਦੇ ਨੇ। ਨੋ ਵਰਕ ਨੋ ਇਨਕਮ ਮਿਲਦੀ ਹੈ ਇਹਨਾਂ ਨੂੰ। ਅਗਰ ਜੇ ਕੰਮ ਨਹੀਂ ਕਰਦੇ ਤਾਂ, ਅਗਰ ਇਹ ਸ਼ਟਰ ਚੱਕਦੇ ਤਾਂ ਇਹਨਾਂ ਨੂੰ ਪੈਸਾ ਆਉਂਦਾ, ਨਹੀਂ ਤਾਂ ਨਹੀਂ ਆਉਂਦਾ। ਔਰ 100% ਇਹਨਾਂ ਨੂੰ ਰਿਸਕ ਰਹਿੰਦਾ ਗਾ। 5 ਤੋਂ ਲੈ ਕੇ 10% ਇਹਨਾਂ ਸਾਰਿਆਂ ਨੇ ਹੀ ਕਮਾਇਆ, ਪ੍ਰੋਫਿਟ ਰਹਿੰਦਾ ਇਹਨਾਂ ਨੇ, ਜਿੰਨੇ ਵੀ ਇਹ 6-7 ਲੋਕ ਨੇ। ਔਰ ਜਿਵੇਂ ਆਪਾਂ ਰਿਟੇਲਰ, ਹੋਲਸੇਲਰ, ਏਜੰਸੀ, ਨੈਸ਼ਨਲ ਏਜੰਟ, ਐਡਵਰਟਾਈਜ਼ਮੈਂਟ ਤੇ ਮੈਨੂਫੈਕਚਰ, ਇਹਨਾਂ ਨੇ 5 ਤੋਂ ਲੈ ਕੇ 10% ਇਹਨਾਂ ਨੇ ਪ੍ਰੋਫਿਟ ਕੀਤਾ ਹਰ ਇੱਕ ਪ੍ਰੋਡਕਟ ਤੇ। ਔਰ ਬੋਝ ਕਿਹਦੇ ਤੇ ਪਿਆ? ਕਸਟਮਰ ਤੇ। ਕਸਟਮਰ ਹੁਣ ਪੈਸਾ ਕਿੱਥੋਂ ਲਿਆਉਂਦਾ? ਲੇਬਰ ਤੋਂ, ਚਾਹੇ ਉਹ ਜੌਬ ਕਰਦਾ, ਚਾਹੇ ਉਹ ਗਵਰਨਮੈਂਟ ਦੀ ਹੈ, ਚਾਹੇ ਉਹ ਪ੍ਰਾਈਵੇਟ ਹੈ, ਚਾਹੇ ਉਹ ਖੇਤੀਬਾੜੀ ਤੋਂ ਕਮਾਇਆ ਪੈਸਾ, ਉਹ ਅਲੱਗ-ਅਲੱਗ ਜਗ੍ਹਾ ਤੋਂ ਪੈਸਾ ਕਮਾ ਕੇ ਉਹ ਦਿੱਤਾ ਰਿਟੇਲਰ ਨੂੰ। ਹੁਣ ਦੋਸਤੋ ਤੁਸੀਂ ਹੁਣ ਤੁਹਾਨੂੰ ਇੱਕ ਐਕਸਟਰਾ, ਇੱਕ ਬਹੁਤ ਹੀ ਗੁੱਡ ਸਿਸਟਮ ਦੇਣ ਜਾ ਰਿਹਾ ਮੈਂ, ਜਿਹਦੇ ਨਾਲ ਉਸ ਦੀ ਇੰਟਰੋਡਕਸ਼ਨ ਕਰਵਾ ਰਿਹਾ ਤੁਹਾਡੇ ਨਾਲ ਮੈਂ। ਦੋਸਤੋ ਸਮਾਨ ਤੁਸੀਂ ਇਹੋ ਹੀ ਖਰੀਦੋਗੇ ਜੋ ਹੁਣ ਤੱਕ ਤੁਸੀਂ ਖਰੀਦਦੇ ਆਏ ਹੋ, ਜੋ ਤੁਸੀਂ ਪੈਸਾ ਕਮਾਉਂਦੇ ਆਏ ਹੋ, ਖਰਚਦੇ ਆਏ ਹੋ। ਹੁਣ ਉਸੇ ਪੈਸੇ ਖਰੀਦਦਾਰੀ ਤੇ, ਉਸ ਜੋ ਪੈਸਾ ਤੁਸੀਂ ਖਰਚਿਆ ਤੇ ਖਰੀਦਦਾਰੀ ਤੇ ਤੁਸੀਂ ਪੈਸਾ ਕਮਾਓਗੇ। ਔਰ ਪੈਸਾ ਕਿਵੇਂ ਕਮਾਓਗੇ ਦੋਸਤੋ? ਹੁਣ ਜੋ ਗ੍ਰੇਟ ਵਨ ਲਾਈਫਸਟਾਈਲ LLP ਕੰਪਨੀ ਵੱਲੋਂ ਇੱਕ ਪ੍ਰੋਜੈਕਟ ਲਾਂਚ ਕੀਤਾ ਗਿਆ ਜਿਸ ਦਾ ਨਾਮ ਹੈ SLC ਮਾਰਟ, ਔਰ ਉਹ ਮਾਰਕੀਟ ਦੇ ਵਿੱਚ ਧੂਮ ਮਚਾ ਰਿਹਾ, ਹੁਣ ਆ ਗਿਆ ਉਹ। ਔਰ ਹੁਣ ਤੁਹਾਨੂੰ ਉਹ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਦੀ ਪ੍ਰੋਬਲਮ ਉਹ ਤੁਹਾਨੂੰ ਹੁਣ ਜਲਦੀ ਹੀ ਦੂਰ ਕਰ ਦੇਵੇਗਾ। ਤੁਹਾਨੂੰ ਜਿੰਨੀ ਇਨਕਮ ਚਾਹੀਦੀ ਉਨੀ ਉਹ ਇਨਕਮ ਦੇਵੇਗਾ, ਪਰ ਤੁਹਾਡੇ ਅੰਦਰ ਉਹ ਡਿਜ਼ਾਇਰ, ਉਹ ਹਿੰਮਤ, ਉਹ ਜਨੂਨ ਹੋਣਾ ਚਾਹੀਦਾ ਅਗਰ ਜੇ ਤੁਸੀਂ ਆਪਣੀ ਗਰੀਬੀ ਦੀ ਉਹ ਜੰਜੀਰ ਨੂੰ ਕੱਟਣਾ ਚਾਹੁੰਦੇ ਹੋ। ਦੋਸਤੋ ਮੈਂ ਤੁਹਾਡੇ ਨਾਲ ਉਹ ਜਲਦੀ ਹੀ ਸ਼ੇਅਰ ਕਰਨ ਵਾਲਾ ਹਾਂ ਔਰ ਤੁਹਾਡੀ ਲਾਈਫ ਚੇਂਜ ਹੋਵੇਗੀ। ਸੁਣੋ ਦੋਸਤੋ ਧਿਆਨ ਨਾਲ। ਔਰ ਸੇਮ ਪ੍ਰੋਡਕਟ, ਸਾਰੀਆਂ ਚੀਜ਼ਾਂ, ਔਰ ਹੌਲੀ ਹੌਲੀ ਤੁਹਾਨੂੰ ਉਹ ਸਸਤਾ ਵੀ ਹੋਵੇਗਾ। ਸਸਤੇ ਤੋਂ ਉਸ ਤੋਂ ਬਾਅਦ ਤੁਹਾਨੂੰ ਫ੍ਰੀ ਵੀ ਹੋ ਜਾਏਗਾ, ਔਰ ਉਸ ਤੋਂ ਬਾਅਦ ਤੁਹਾਨੂੰ ਉਹ ਪੈਸਾ ਵੀ ਲੈ ਕੇ ਆਵੇਗਾ। ਉਹ ਕਿਵੇਂ ਹੋਵੇਗਾ? ਇੱਥੇ ਕੋਈ ਤੁਸੀਂ ਇਨਵੈਸਟਮੈਂਟ ਨਹੀਂ ਕਰਨ ਦੀ ਜ਼ਰੂਰਤ, ਤੁਹਾਨੂੰ ਕੋਈ ਮਾਰਕੀਟ ਪਲੇਸ ਦੀ ਜ਼ਰੂਰਤ ਨਹੀਂ ਹੈ, ਕੋਈ ਨੌਕਰ ਰੱਖਣ ਦੀ ਜ਼ਰੂਰਤ ਨਹੀਂ ਹੈ, ਕੋਈ ਇੱਥੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਹੈਗਾ। ਔਨ ਟਾਈਮਿੰਗ ਹਰ ਵਕਤ ਤੁਹਾਨੂੰ ਪੈਸਾ ਆਉਂਦਾ ਰਹੇਗਾ। ਪੈਸਿਵ ਇਨਕਮ, ਕੋਈ ਰਿਸਕ ਨਹੀਂ, 0% ਰਿਸਕ ਆ, ਅਨਲਿਮਿਟਡ ਇਨਕਮ। ਨੈਕਸਟ ਸਲਾਈਡ ਤੇ ਮੈਂ ਤੁਹਾਨੂੰ ਦੱਸਦਾ ਇੱਥੇ ਤੁਹਾਨੂੰ ਪੈਸਾ ਕਿਵੇਂ ਕਿਵੇਂ ਆਵੇਗਾ। ਉਹ ਤੁਸੀਂ ਕਰਨਾ ਕੀ ਦੋਸਤੋ, ਥੋੜਾ ਜਿਹਾ ਸਮਝਣਾ ਪਵੇਗਾ ਤੁਹਾਨੂੰ ਇਹ ਚੀਜ਼ ਨੂੰ ਲੈ ਕੇ। ਇੱਥੇ ਜਿਹੜੀ ਟਾਈਪਸ ਆਫ ਇਨਕਮ ਦੀ ਮੈਂ ਤੁਹਾਨੂੰ ਗੱਲ ਕਰ ਰਿਹਾਗਾ, ਤੁਸੀਂ ਤੁਹਾਡੇ ਖਰਚੇ ਤੇ ਹੀ ਤੁਹਾਨੂੰ ਜਿਹੜਾ ਪੈਸਾ ਆਵੇਗਾ ਉਹ ਕਿਵੇਂ ਆਵੇਗਾ ਦੋਸਤੋ? ਪਹਿਲੀ ਇਨਕਮ ਆਵੇਗੀ ਤੁਹਾਨੂੰ ਰਿਟੇਲ ਦੇ ਰੂਪ ਚ, ਦੂਸਰੀ ਇਨਕਮ ਆਵੇਗੀ ਤੁਹਾਨੂੰ ਪ੍ਰਮੋਸ਼ਨ ਦੇ ਰੂਪ ਦੇ ਵਿੱਚ, ਔਰ ਤੀਸਰੀ ਇਨਕਮ ਆਵੇਗੀ ਰੀਪਰਚੇਜ ਦੇ ਰੂਪ ਚ। ਰੀਪਰਚੇਜ ਜਾਨੀ ਕਿ ਦੋਸਤੋ ਇਹ 3 ਇਨਕਮਾਂ ਨੇ, ਔਰ ਤਿੰਨੇ ਅੱਗੇ ਤਿੰਨ ਨੇ। ਜਿਵੇਂ ਮੈਂ ਗੱਲ ਕਰਦਾਗਾ, ਤੁਸੀਂ ਕੋਈ ਵੀ ਸਮਾਨ ਖਰੀਦਦੇ ਹੋ ਔਰ ਤੁਹਾਨੂੰ 1 ਤੋਂ ਲੈ ਕੇ 10% ਤੁਹਾਨੂੰ MRP ਤੋਂ ਛੂਟ ਮਿਲੇਗੀ, ਡਿਸਕਾਊਂਟ ਮਿਲੇਗਾ 1 ਤੋਂ ਲੈ ਕੇ 10% ਤੱਕ। ਔਰ ਇਹ ਪਹਿਲੀ ਇਨਕਮ ਸਮਝੋ ਤੁਸੀਂ। ਦੂਸਰੀ ਇਨਕਮ ਮਿਲੇਗੀ ਜਿਹੜੇ ਸਟੋਰ ਖੁੱਲ ਰਹੇ ਨੇ ਉਹਨਾਂ ਨੂੰ 2 ਤੋਂ 12%, ਔਰ ਤੀਸਰੀ ਇਨਕਮ ਮਿਲੇਗੀ ਜਿੰਨਾ ਵੀ ਟਰਨਓਵਰ ਹੋਵੇਗਾ ਉਹਦੇ ਵਿੱਚੋਂ 11% ਤੁਹਾਨੂੰ ਵੰਡ ਦਿੱਤਾ ਜਾਵੇਗਾ। ਜਿੰਨੇ ਵੀ ਸਟੋਰ ਖੁੱਲਣਗੇ ਬਾਈਪੀਐਲ ਕਲੱਬ ਬੋਨਸ ਮਿਲੇਗਾ। ਔਰ ਦੋਸਤੋ ਜਿੰਨੇ ਆਪਾਂ ਦੋਸਤਾਂ ਮਿੱਤਰਾਂ ਨੂੰ ਦੱਸਾਂਗੇ ਉਹਨਾਂ ਤੋਂ ਵੀ ਸਾਨੂੰ ਇਨਕਮ ਆਵੇਗੀ, ਜਾਨੀ ਕਿ ਡਾਇਰੈਕਟ ਰੈਫਰਲ ਇਨਕਮ ਮਿਲੇਗੀ 12% ਤੱਕ, ਔਰ ਨਾਲ ਨਾਲ ਮੈਚਿੰਗ ਇਨਕਮ ਵੀ ਮਿਲੇਗੀ, ਰਿਵਾਰਡ ਵੀ ਮਿਲੇਗਾ ਤੁਹਾਨੂੰ। ਇਹ ਕੱਲੀ ਰਿਵਾਰਡ ਦੀ ਗੱਲ ਕਰਾਂ ਨਾ ਦੋਸਤੋ, ਤੁਹਾਨੂੰ 2,06,88,500 ਰੁਪਇਆ ਇਹ ਮਿਲੇਗਾ। ਔਰ ਅੱਗੇ ਗੱਲ ਕਰਦੇ ਆ ਰੀਪਰਚੇਜ ਤੇ। ਦੁਬਾਰਾ ਵੀ ਤਾਂ ਜੇ ਸਿਸਟਮ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਦੁਬਾਰਾ ਵੀ ਤਾਂ ਉੱਥੋਂ ਸਮਾਨ ਖਰੀਦੋਗੇ, ਅੱਛੇ ਪ੍ਰੋਡਕਟ ਮਿਲਣਗੇ। ਕਿਉਂ ਇਹ ਚੀਜ਼ਾਂ ਮਿਲਣਗੀਆਂ? ਤੁਸੀਂ ਮਾਰਕੀਟ 'ਚ ਜਾਂਦੇ ਹੋ, ਨਾ ਤਾਂ ਤੁਹਾਨੂੰ ਪੱਕਾ ਕੋਈ ਬਿੱਲ ਮਿਲਦਾ, ਨਾ ਤੁਹਾਨੂੰ ਉਹਦੀ ਕੋਈ ਐਕਸਪਾਇਰੀ, ਨਾ ਉਹਦੀ ਮੈਨੂਫੈਕਚਰ ਡੇਟ ਮਿਲਦੀ ਹੈ। ਦੋਸਤੋ ਤੁਸੀਂ ਕੀ ਖਾ ਰਹੇ ਹੋ? ਉਹ ਚੀਜ਼ਾਂ ਖਾ ਰਹੇ ਹੋ ਜਿਹੜੀਆਂ ਤੁਹਾਡੀ ਸਿਹਤ ਨੂੰ ਹਾਨੀਕਾਰਕ ਨੇ। ਔਰ ਦੋਸਤੋ ਅੱਜ ਰਿਟੇਲ ਦੀ ਗੱਲ ਕਰੀਏ, ਉਹੀ ਚੀਜ਼ ਰਿਟੇਲ ਸਾਨੂੰ ਕੀਤੀ ਜਾਂਦੀ ਹੈ ਜਿਹਦੇ ਤੇ ਦੁਕਾਨਦਾਰਾਂ ਨੂੰ ਵੱਧ ਪੈਸੇ ਬਚਦੇ ਹੈ। ਔਰ ਦੋਸਤੋ ਇਹ ਚੀਜ਼ ਨੂੰ ਤੁਹਾਨੂੰ ਸਮਝਣਾ ਪਊਗਾ। ਅੱਜ ਇਸੇ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਸਮਕਸ਼ ਖੜਾਂਗਾ, ਔਰ ਅਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਵ ਸਾਡੇ ਆ ਚੁੱਕਾ, ਤੁਹਾਡੇ ਵੀ ਆਵੇਗਾ। ਔਰ ਦੋਸਤੋ ਰੀਪਰਚੇਜ ਦਾ ਮਤਲਬ ਕੀ ਹੈ? ਇੱਕ ਬੋਨਸ ਮਿਲੇਗਾ ਤੁਹਾਡੇ ਖਰੀਦੇ ਹੋਏ ਸਮਾਨ ਤੇ 28%।
ਇੱਥੇ ਜੋ ਵੀ ਤੁਸੀਂ ਸਮਾਨ ਖਰੀਦੋਗੇ ਤੁਹਾਨੂੰ 28% ਦਾ ਡਿਸਕਾਊਂਟ ਮਿਲੇਗਾ। ਅੱਗੇ ਗੱਲ ਕਰਦੇ ਹਾਂ, ਰਾਇਲਟੀ ਬੋਨਸ ਅਲੱਗ ਤੋਂ ਮਿਲੇਗਾ, ਡਾਇਰੈਕਟਰ ਬੋਨਸ ਅਲੱਗ ਤੋਂ ਮਿਲੇਗਾ। ਦੋਸਤੋ ਇਹ ਤੁਹਾਨੂੰ ਇਸ ਤਰ੍ਹਾਂ ਦੀਆਂ ਇਨਕਮਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਪਰ ਉਹਦੇ ਲਈ ਤੁਹਾਨੂੰ ਸਬਰ ਰੱਖਣਾ ਪਵੇਗਾ, ਉਹ ਸਿਸਟਮ ਨੂੰ ਇਸ ਨੂੰ ਸਮਝਣਾ ਪਵੇਗਾ ਕਿਵੇਂ ਕਿਵੇਂ ਤੁਹਾਨੂੰ ਪੈਸਾ ਆਵੇਗਾ। ਅਗਲੀ ਸਲਾਈਡ ਤੇ ਤੁਹਾਨੂੰ ਮੈਂ ਦੱਸਾਂਗਾ ਇੱਕ ਐਗਜ਼ਾਮਪਲ ਦੇ ਕੇ ਕਿਵੇਂ ਕਿਵੇਂ ਤੁਹਾਨੂੰ ਇਹਦੇ ਵਿੱਚ ਪੈਸਾ ਆਵੇਗਾ। ਆਪਾਂ ਕਰਨਾ ਕੀ ਇਹਦੇ ਵਿੱਚ ਦੋਸਤੋ, ਆਪਾਂ ਸਿਰਫ ਇਹਦੇ ਵਿੱਚ ਫ੍ਰੀ ਜੁਆਇਨਿੰਗ ਕਰਨੀ ਹੈ। ਜਦੋਂ ਆਪਾਂ ਜੁਆਇਨਿੰਗ ਹੋਵੇਗੀ ਸਾਡੀ ਫ੍ਰੀ, ਰਜਿਸਟ੍ਰੇਸ਼ਨ ਫ੍ਰੀ ਹੋਵੇਗੀ, ਉਹਨੂੰ ਸਮਝਣਾ, ਔਰ ਅਸੀਂ ਪੈਸਾ ਡੇਲੀ ਦਾ ਕਿੰਨਾ ਵੀ ਕਮਾ ਸਕਦੇ ਹਾਂ, ਡੇਲੀ ਦਾ। ਔਰ ਨੈਕਸਟ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਦੱਸ ਦਾਂਗਾ। ਇਸ ਸਲਾਈਡ ਦੇ ਵਿੱਚ ਤੁਸੀਂ ਦੇਖੋ ਧਿਆਨ ਨਾਲ, ਅਗਰ ਤੁਸੀਂ ਪੈਸਾ ਡੇਲੀ ਦਾ, ਅਗਰ ਜੇ 400 ਰੁਪਏ ਡੇਲੀ ਦਾ ਕਮਾਉਣਾ ਚਾਹੁੰਦੇ ਹੋ, ਤੁਸੀਂ ਆਪਣੀ ਆਈਡੀ 420 ਨਾਲ ਐਕਟੀਵੇਟ ਕਰਾ ਲਓ। ਉੱਥੇ ਤੁਸੀਂ ਆਪਣੀ ਜਿੰਨੇ ਲੋਕਾਂ ਨੂੰ ਤੁਸੀਂ ਦੋਸਤਾਂ ਮਿੱਤਰਾਂ ਨੂੰ ਦੱਸੋਗੇ ਉਹਨਾਂ ਤੋਂ ਤੁਹਾਨੂੰ 4% ਆਵੇਗਾ। ਅਗਰ ਜੇ ਤੁਸੀਂ ਡੇਲੀ ਦਾ 1000 ਰੁਪਇਆ ਲੈਣਾ ਚਾਹੁੰਦੇ ਹੋ ਤਾਂ 1000 BB ਨਾਲ ਐਕਟਿਵ ਕਰਾਓ ਆਈਡੀ। ਅਗਰ ਜੇ ਤੁਸੀਂ ਡੇਲੀ ਦਾ 2000 ਰੁਪਇਆ ਲੈਣਾ ਚਾਹੁੰਦੇ ਹੋ ਤਾਂ ਤੁਸੀਂ 2000 BB ਨਾਲ ਐਕਟਿਵ ਕਰਾਓ ਆਈਡੀ। ਲੈਣਾ ਕੀ ਦੋਸਤੋ, ਸਮਾਨ ਹੀ ਤਾਂ ਖਰੀਦਣਾਗਾ। ਇਹ ਜੋ BB ਦੀ ਗੱਲ ਕਰਦਾ, ਇਹ ਇੰਨਾ ਜਿੰਨਾ ਤੁਹਾਨੂੰ ਜ਼ਰੂਰਤ ਆ ਉਹਨਾਂ ਦਾ ਸਮਾਨ ਖਰੀਦੋ, ਤੁਹਾਡੇ ਉਹ ਆਈਡੀ ਉਹਨੇ ਦੀ ਐਕਟਿਵ ਹੋਵੇਗੀ। ਉਸ ਤੋਂ ਬਾਅਦ ਅਗਰ ਜੇ ਤੁਸੀਂ 5000 ਰੁਪਏ ਡੇਲੀ ਦੀ ਲੈਣਾ ਚਾਹੁੰਦੇ ਹੋ ਕੈਪਿੰਗ, ਤਾਂ ਤੁਹਾਨੂੰ 5000 BB ਤੇ ਐਕਟਿਵ ਕਰਾਉਣੀ ਪਊਗੀ। 10000 ਚਾਹੀਦਾ ਤਾਂ ਤੁਸੀਂ 10000 ਤੇ ਆਪਦੀ BB ਤੇ ਐਕਟਿਵ ਆਈਡੀ ਕਰਾ ਸਕਦੇ ਹੋ। 20000 ਤੇ 20000 ਰੁਪਇਆ ਆਵੇਗਾ। ਔਰ ਇਸੇ ਤਰ੍ਹਾਂ ਆਪਾਂ 40000 ਤੇ 30000 ਰੁਪਇਆ ਲੈ ਸਕਦੇ, ਜਾਨੀ ਕਿ 12%, 4 ਤੋਂ ਲੈ ਕੇ 12% ਲੋਕਾਂ ਤੋਂ, ਆਪਣੇ ਦੋਸਤਾਂ ਮਿੱਤਰਾਂ ਦੀ ਜਿਹੜੀ ਸੇਲ ਹੋਵੇਗੀ ਉਸ ਤੋਂ ਆਪਾਂ ਲੈ ਸਕਦੇ ਹਾਂ। ਔਰ ਇਹਦੇ ਵਿੱਚ ਜਿਹੜੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਫ੍ਰੀ ਹੁੰਦੀ ਹੈ, ਔਰ ਇਹ ਆਪਾਂ ਨੂੰ ਪੈਸਾ ਡੇਲੀ ਦਾ ਆਵੇਗਾ। ਆਪਾਂ 400 BB ਨਾਲ ਵੀ ਆਪਣੀ ਆਈਡੀ ਐਕਟਿਵ ਕਰਾ ਸਕਦੇ ਹਾਂ। ਔਰ ਨੈਕਸਟ ਸਲਾਈਡ ਦੇ ਵਿੱਚ ਦੱਸਦਾ ਇਹ ਪੈਸਾ ਕਿਵੇਂ ਕਿਵੇਂ ਆਉਂਦਾ ਆਪਾਂ ਨੂੰ। ਹੁਣ ਇੱਕ ਐਗਜ਼ਾਮਪਲ ਲੈਣੇ ਦੋਸਤੋ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆਗਾ। ਇਹ ਆਪਾਂ ਜਿਹੜੀ ਰੀਪਰਚੇਜ ਦੀ ਆਪਾਂ ਰਿਟੇਲ ਪ੍ਰੋਫਿਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ 1 ਤੋਂ ਲੈ ਕੇ 10% ਜਿਹੜਾ ਆਪਾਂ ਨੂੰ ਪ੍ਰੋਫਿਟ ਮਿਲਦਾ ਉਹ ਰਿਟੇਲ ਤੇ ਮਿਲਦਾ। ਉਦਾਹਰਨ ਦੇ ਤੌਰ ਤੇ ਆਪਾਂ ਕੋਈ ਵੀ ਪ੍ਰੋਡਕਟ 10000 MRP ਦਾ ਖਰੀਦਦੇ ਹਾਂ, ਔਰ ਸਾਨੂੰ ਕਿੰਨੇ ਦਾ ਮਿਲੇਗਾ? ਉਹ ਮਿਲੇਗਾ ਸਾਨੂੰ, ਅਗਰ ਜੇ ਅਸੀਂ ਗੱਲ ਕਰਦੇ ਹਾਂ 10% ਦੀ, ਤਾਂ ਸਾਨੂੰ ਉਹ 9000 ਦਾ ਮਿਲੇਗਾ। ਜਾਣੀ ਕਿ ਅਗਰ ਜੇ ਸਾਨੂੰ 9000 ਰੁਪਇਆ ਦੇਣਾ ਪਿਆ ਔਰ ਉਹਦਾ MRP 10000 ਹੈ, ਔਰ ਸਾਨੂੰ ਕਿੰਨਾ ਪ੍ਰੋਫਿਟ ਮਿਲਿਆ? 1000 ਰੁਪਏ ਦਾ। ਦੋਸਤੋ ਇਹ ਧਿਆਨ ਦਿਓ, ਇਹ ਚੀਜ਼ ਨੂੰ, ਕੋਈ ਵੀ ਸਮਾਨ ਅਸੀਂ ਖਰੀਦਾਂਗੇ ਸਾਨੂੰ 1000 ਰੁਪਇਆ ਪ੍ਰੋਫਿਟ ਰਹਿ ਗਿਆ, ਔਰ ਸਮਾਨ ਕਿੰਨੇ ਦਾ? ਉਹ MRP 10000 ਦੀ। ਦੋਸਤੋ ਅਗਰ ਜੇ ਵਧੀਆ ਕੁਆਲਿਟੀ ਦਾ ਆਪਾਂ ਜੇ ਬਾਜ਼ਾਰ ਤੋਂ ਸਮਾਨ ਖਰੀਦਾਂਗੇ ਨਾ, ਸਾਨੂੰ MRP ਤੇ ਹੀ ਮਿਲੇਗਾ, ਪਰ ਇਧਰੋਂ ਤੁਹਾਨੂੰ ਡਿਸਕਾਊਂਟ ਮਿਲੇਗਾ। ਦੋਸਤੋ ਡਿਸਕਾਊਂਟ, ਇਹ ਤੁਹਾਨੂੰ ਪਹਿਲੀ ਪ੍ਰੋਫਿਟ ਇਨਕਮ ਆ ਗਈ ਰਿਟੇਲ ਦੀ। ਔਰ ਦੂਸਰੀ ਐਗਜ਼ਾਮਪਲ ਲੈਣੇ ਆਪਾਂ ਫਰੈਂਚਾਈਜ਼ੀ ਪ੍ਰੋਫਿਟ ਦੀ। ਇੱਥੇ ਦੋਸਤੋ ਸਮਝਣ ਵਾਲੀ ਗੱਲ ਹੈ, ਅਗਰ ਜੇ ਅਸੀਂ ਸਟੋਰ ਲੈਨੇ ਆ ਔਰ ਉਹਦੇ ਵਿੱਚ ਅਸੀਂ ਸਮਾਨ ਪਾਇਆ 1,20,000 ਦਾ, MRP ਉਹਦਾ ਕਿੰਨਾ? 1,20,000, ਔਰ ਸਾਨੂੰ ਕਿੰਨੇ ਦਾ ਮਿਲੇਗਾ? ਉਹ 1,62,000 ਰੁਪਏ ਦਾ। ਔਰ ਇਹਦੇ ਕੀ ਹੈ, ਸਾਨੂੰ ਜਿਹੜੀ ਇਹਦੀ GST ਵੈਲੂ ਆ ਉਹ 9000 ਸਾਨੂੰ ਦੇਣੀ ਪੈਣੀ ਹੈ, ਔਰ ਸਾਨੂੰ ਜੋ 1,62,000 ਰੁਪਏ ਦਾ ਇਹ ਪ੍ਰੋਡਕਟ ਮਿਲਿਆ, ਔਰ ਇਹ ਤੇ ਸਾਨੂੰ 90000 ਰੁਪਏ ਤੇ ਸਾਨੂੰ ਪ੍ਰੋਫਿਟ ਮਿਲੇਗਾ। ਅਗਰ ਜੇ ਆਪਾਂ 10% ਦੀ ਐਗਜ਼ਾਮਪਲ ਲੈਂਦੇ ਆ ਤਾਂ ਸਾਨੂੰ 9000 ਬਣ ਗਿਆ। ਅਗਰ ਜੇ ਅਸੀਂ 5% ਦੀ ਐਗਜ਼ਾਮਪਲ ਲੈਂਦੇ ਆ ਤਾਂ ਸਾਨੂੰ 4500 ਰੁਪਏ ਬਣੇਗਾ। ਦੋਸਤੋ ਇਹ ਸਾਨੂੰ, ਅਗਰ ਜੇ 6% ਦੀ ਐਗਜ਼ਾਮਪਲ ਲੈਂਦੇ ਆ ਤਾਂ ਇਹ 5400 ਰੁਪਏ ਬਣੂਗਾ। ਇਹ ਸੀ ਸਾਨੂੰ ਇਨਕਮ ਦੀ, ਫਰੈਂਚਾਈਜ਼ੀ ਪ੍ਰੋਫਿਟ ਦੀ ਇਨਕਮ। ਇਸ ਤੋਂ ਬਾਅਦ BIPL ਕਲੱਬ ਬੌਂਡਸ ਦੀ ਗੱਲ ਕਰਦੇ ਹਾਂ। ਜਿੰਨੀ ਟਰਨਓਵਰ ਹੋਵੇਗੀ, ਜਾਨੀ ਕਿ 10 ਕਰੋੜ ਦੀ ਟਰਨਓਵਰ ਹੋਈ ਪੂਰੇ ਇੰਡੀਆ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ, ਔਰ ਇਹਦੇ ਵਿੱਚੋਂ 11% ਵੰਡ ਦਿੱਤਾ ਜਾਵੇਗਾ। ਇਹਨਾਂ ਲੋਕਾਂ ਨੂੰ ਵੰਡ ਦਿੱਤਾ ਜਾਵੇਗਾ, ਜਿਵੇਂ ਫਰੈਂਚਾਈਜ਼ੀ ਆ ਗਈ, ਮਾਸਟਰ ਫਰੈਂਚਾਈਜ਼ੀ ਹੈਗੀ, ਸੁਪਰ ਸਮਾਰਟ ਆ ਗਿਆ, ਮਿਨੀ ਮਾਰਟ ਆ ਗਿਆ, ਸੁਪਰ ਸਟੋਰ ਆ ਗਿਆ, ਔਰ ਮਿਨੀ ਸਟੋਰ ਆ ਗਿਆ, ਮੋਬਾਈਲ ਸਟੋਰ ਆ ਗਿਆ। ਇਹਨਾਂ ਦੇ ਵਿੱਚ 1%, 2%, 2%, 2% ਤੇ 2%। 1% ਦੇ ਹਿਸਾਬ ਨਾਲ ਜਿੰਨੇ ਆਪਣੇ ਮਾਸਟਰ ਫਰੈਂਚਾਈਜ਼ੀ ਹੋਵੇਗੀ ਉਹ 10 ਲੱਖ ਵੰਡ ਦਿੱਤਾ ਜਾਵੇਗਾ। ਸੁਪਰ ਮਾਰਟ ਦੇ ਵਿੱਚ 2% ਦੇ ਹਿਸਾਬ ਨਾਲ 20 ਲੱਖ ਵੰਡਿਆ ਜਾਵੇਗਾ। ਮਿਨੀ ਮਾਰਟ ਦੇ ਵਿੱਚ ਇਹ 2% ਦੇ ਹਿਸਾਬ ਨਾਲ 20 ਲੱਖ ਵੰਡਿਆ ਜਾਵੇਗਾ। ਸੁਪਰ ਸਟੋਰ ਦੇ ਵਿੱਚ 2% ਦੇ ਹਿਸਾਬ ਨਾਲ 20 ਲੱਖ ਵੰਡਿਆ ਜਾਵੇਗਾ। ਮਿਨੀ ਸਟੋਰ ਦੇ ਵਿੱਚ 2% ਦੇ ਹਿਸਾਬ ਨਾਲ 20 ਲੱਖ ਵੰਡਿਆ ਜਾਵੇਗਾ। ਮੋਬਾਈਲ ਸਟੋਰ ਦੇ ਵਿੱਚ 20 ਲੱਖ 2% ਦੇ ਹਿਸਾਬ ਨਾਲ 20 ਲੱਖ ਵੰਡਿਆ ਜਾਵੇਗਾ। ਦੋਸਤੋ ਇਹ ਜਿੰਨੇ ਵੀ ਆਪਣੇ ਸਟੋਰ ਹੋਣਗੇ ਉਹਨਾਂ ਵਿੱਚ ਇਹ 20 ਲੱਖ ਰੁਪਏ ਵੰਡਿਆ ਜਾਵੇਗਾ, ਔਰ ਇਹ ਅਲੱਗ ਤੋਂ ਇਨਕਮ ਆ ਦੋਸਤੋ। ਇਹਦੇ ਵਿੱਚ ਜਿਹੜੀ ਆਪਾਂ ਪ੍ਰਮੋਸ਼ਨ ਇਨਕਮ ਦੀ ਗੱਲ ਕੀਤੀ ਹੈ ਉਹ ਸੀ ਰਿਟੇਲ ਇਨਕਮ, ਫਰੈਂਚਾਈਜ਼ੀ ਪ੍ਰੋਫਿਟ ਤੇ BIPL ਕਲੱਬ ਬੌਂਡਸ। ਉਹ ਪਹਿਲੀਆਂ 3 ਇਨਕਮਾਂ ਸੀ, ਔਰ ਦੂਸਰੀ ਇਹ ਤੀਜੀ ਆ ਗਈ ਦੂਸਰੀ ਇਨਕਮ ਪ੍ਰਮੋਸ਼ਨ ਇਨਕਮ ਦੀ। ਇਹਦੇ ਵਿੱਚ ਕੀ ਹੈ, ਜਿਹੜੀ ਪਹਿਲੀ ਇਨਕਮ ਆ ਡਾਇਰੈਕਟ ਰੈਫਰਲ ਇਨਕਮ,
ਇਹਦੇ 'ਚ ਆਪਾਂ 12% ਤੱਕ BB ਤੇ ਲੈ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਅਸੀਂ 2000 BB ਤੇ ਆਪਣਾ ਅਕਾਊਂਟ ਐਕਟਿਵ ਕਰਾ ਲਿਆ ਔਰ ਸਾਡੇ ਨਾਲ 100 ਲੋਕ ਆ ਗਏ ਨੇ ਔਰ ਉਹਨਾਂ ਨੇ 1000 BB ਦਾ ਸਮਾਨ ਖਰੀਦਿਆ ਔਰ ਇਹ ਕੁੱਲ ਮਿਲਾ ਕੇ ਕਿੰਨਾ ਬਣਿਆ 100 ਨਾਲ 1000 ਮਲਟੀਪਲਾਈ ਕੀਤਾ ਤਾਂ ਇਹ 1 ਲੱਖ ਬਣਿਆ 1 ਲੱਖ BB ਬਣਿਆ ਔਰ ਅਸੀਂ ਹੈਗੇ ਆ 2000 ਜਦੋਂ ਆਈਡੀ ਐਕਟਿਵ ਕਰਾਈ ਤੇ ਇਹ 7% ਤੇ ਅਸੀਂ ਪਹੁੰਚ ਗਏ ਆ 7% ਦੇ ਹਿਸਾਬ ਨਾਲ ਸਾਨੂੰ ਜੋ ਡੇਲੀ ਦੀ ਇਨਕਮ ਆ ਉਹ 7000 ਰੁਪਇਆ ਉਸੇ ਟਾਈਮ ਐਨੀ ਟਾਈਮ ਇੱਕ ਦਿਨ ਦੀ ਇਨਕਮ ਸਾਨੂੰ 7000 ਰੁਪਏ ਦੀ ਬਣ ਜਾਏਗੀ। ਦੋਸਤੋ ਅਗਲੀ ਇਨਕਮ ਆ ਗਈ ਮੈਚਿੰਗ ਇਨਕਮ। ਉਸੇ ਹੀ ਇਨਕਮ ਤੇ ਉਸੇ ਹੀ ਬਿਜ਼ਨਸ ਤੇ ਸਾਨੂੰ ਇਹ ਮੈਚਿੰਗ ਮਿਲੇਗੀ ਜਾਨੀ ਕਿ ਇਹ ਕੀ ਮਿਲੇਗਾ ਇਹ ਹੈ ਜਿਹੜੀ ਆਪਾਂ ਐਗਜ਼ਾਮਪਲ ਲੈਂਦੇ ਆ 100 BB ਦਾ ਇੱਕ ਮੈਚਿੰਗ ਪੁਆਇੰਟ ਬਣਦਾ ਔਰ ਇੱਕ ਮੈਚਿੰਗ ਪੁਆਇੰਟ ਦੇ ਸਾਨੂੰ 10 ਰੁਪਏ ਮਿਲਦੇ ਨੇ। ਦੋਸਤੋ ਇਹਦੇ ਵਿੱਚ ਦੋ ਲਿਗਾਂ ਚੱਲਦੀਆਂ ਨੇ ਲੈਫਟ ਤੇ ਰਾਈਟ ਜਾਨੀ ਕਿ ਆਪਾਂ ਗੱਲ ਕਰਦੇ ਆ 2 ਲੱਖ BB ਔਰ 1,50,000 BB ਔਰ 2 ਲੱਖ BB ਦਾ 2000 MP ਬਣਿਆ ਔਰ 1.5 ਲੱਖ BB ਦਾ 1500 MP ਬਣਿਆ ਔਰ ਇਹ ਜਦੋਂ ਮੈਚ ਹੋਏ 1500 ਮੈਚਿੰਗ ਹੋਈ ਦੋਨੋਂ ਸਾਈਡਾਂ ਦੀ ਔਰ ਸਾਨੂੰ ਇੱਥੇ 10% ਇੱਕ 10 ਰੁਪਏ ਦੇ ਹਿਸਾਬ ਨਾਲ ਇੱਕ MP 10 ਰੁਪਏ ਦੀ ਮਿਲੀ ਔਰ 1500 MP ਤੇ ਸਾਨੂੰ 15000 ਰੁਪया ਇਨਕਮ ਬਣੇਗੀ ਔਰ ਜੋ 500 ਜੋ ਕੈਰੀ ਫਾਰਵਰਡ ਹੋ ਜਾਣਗੇ ਔਰ ਕਿਉਂਕਿ ਉਹ ਅਗਲੀ ਵਾਰ ਉਹ ਸਾਨੂੰ ਮਿਲ ਜਾਣਗੇ। ਨੈਕਸਟ ਦੋਸਤੋ ਨੈਕਸਟ ਸਰ ਇਹ ਮੈਚਿੰਗ ਇਨਕਮ ਸੀ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰਮੋਸ਼ਨ ਇਨਕਮ ਦੀ। ਪ੍ਰਮੋਸ਼ਨ ਇਨਕਮ ਦੇ ਵਿੱਚ ਕੀ ਹੈ ਇਹ ਸਾਨੂੰ ਰਿਵਾਰਡ ਇਨਕਮ ਮਿਲੇਗੀ। ਇਹਦੇ ਵਿੱਚ ਦੋਸਤੋ ਜਦੋਂ ਸਾਡੇ 120 MP ਹੁੰਦੇ ਨੇ ਮੈਚਿੰਗ ਪੁਆਇੰਟ ਹੁੰਦੇ ਨੇ ਔਰ ਸਾਨੂੰ ਨਾਲ ਦੇ ਨਾਲ ਇਹ 500 ਰੁਪਏ ਮਿਲੇਗਾ 240 ਤੇ ਸਾਨੂੰ 1000 ਮਿਲੇਗਾ 600 MP ਤੇ ਸਾਨੂੰ 2000 ਮਿਲੇਗਾ 1500 ਤੇ ਸਾਨੂੰ 5000 ਮਿਲੇਗਾ 3000 ਤੇ ਸਾਨੂੰ 10000 ਮਿਲੇਗਾ ਔਰ 10000 ਤੇ ਸਾਨੂੰ 20000 ਰੁਪਇਆ ਮਿਲ ਜਾਏਗਾ ਡੇਲੀ ਦਾ 20000 ਤੇ ਸਾਨੂੰ 50000 ਰੁਪਏ ਮਿਲੇਗਾ ਔਰ 50000 ਤੇ ਸਾਨੂੰ 1 ਲੱਖ ਮਿਲੇਗਾ 1 ਲੱਖ MP ਤੇ ਸਾਨੂੰ 2 ਲੱਖ ਮਿਲੇਗਾ ਔਰ 2.5 ਲੱਖ MP ਤੇ ਸਾਨੂੰ 5 ਲੱਖ ਮਿਲੇਗਾ 5 ਲੱਖ ਰੁਪया मिलेगा और 5 लाख MP ਤੇ ਸਾਨੂੰ 8 ਲੱਖ ਮਿਲੇਗਾ ਔਰ 10 ਲੱਖ ਤੇ ਸਾਨੂੰ 15 ਲੱਖ 25 ਲੱਖ ਤੇ ਸਾਨੂੰ 25 ਲੱਖ ਰੁਪਇਆ ਮਿਲੇਗਾ 50000 MP ਤੇ ਸਾਨੂੰ 50000 ਰੁਪਇਆ ਮਿਲੇਗਾ 1 ਕਰੋੜ MP ਤੇ ਸਾਨੂੰ 1 ਕਰੋੜ ਰੁਪਇਆ ਮਿਲੇਗਾ। ਦੋਸਤੋ ਇਹ ਕੁੱਲ ਮਿਲਾ ਕੇ 2 ਕਰੋੜ 6,88,500 ਰੁਪਇਆ ਬਣਦਾ ਵਾ। ਦੋਸਤੋ ਇਹ ਸੀ ਸਾਡੀ ਪ੍ਰਮੋਸ਼ਨ ਇਨਕਮ। ਦੋਸਤੋ ਕਰਨਾ ਕੀ ਹੈ ਸਿਰਫ ਟੀਮ ਬਣਾਈ ਔਰ ਲੋਕਾਂ ਨੂੰ ਦੱਸਿਆ ਔਰ ਉਹਨਾਂ ਨੇ ਸਮਾਨ ਖਰੀਦਿਆ ਔਰ ਸਾਨੂੰ ਇਹ ਲੱਖਾਂ ਕਰੋੜਾਂ ਰੁਪਈਆਂ ਦੀ ਇਨਕਮ ਆਉਣੀ ਸ਼ੁਰੂ ਹੋ ਗਈ। ਔਰ ਨੈਕਸਟ ਸਲਾਈਡ ਦੇ ਵਿੱਚ ਜਿਹੜੀ ਆਪਣੀ ਰੀਪਰਚੇਜ ਦੀ ਗੱਲ ਕਰਦੇ ਹਾਂ। ਰੀਪਰਚੇਜ ਦੇ ਵਿੱਚ ਦੋਸਤੋ ਅਲੱਗ-ਅਲੱਗ ਸਲੈਬਾਂ ਨੇ ਇੱਥੇ ਆਪਾਂ 6% 9% 12% 15 ਤੇ 18 22 25 ਤੇ 28% ਅਸੀਂ ਇੱਥੇ ਆਪਾਂ ਆਪਣੀ ਸਲੈਬਾਂ ਬਣਾ ਸਕਦੇ ਹਾਂ ਔਰ ਪੂਰੀ ਟੀਮ ਨਾਲ ਮਿਲ ਕੇ ਬਣਾ ਸਕਦੇ ਹਾਂ। ਇੱਥੇ ਵੀ ਦੋਸਤੋ ਆਪਾਂ ਕੀ ਕਰਾਂਗੇ ਇੱਥੇ ਸਾਨੂੰ ਜਿਹੜੀ ਇਹ ਆਪਣਾ MP ਦੇ ਬਿਜ਼ਨਸ ਆ ਸਾਰੇ ਦਾ ਸਾਰਾ ਔਰ ਇੱਥੇ ਜੋ ਆਪਣਾ ਰੀਪਰਚੇਜ ਦੀ ਗੱਲ ਕੀਤੀ ਜਾਂਦੀ ਹੈ ਰੀਪਰਚੇਜ ਤੇ ਜੋ ਬੋਨਸ ਮਿਲਦਾ ਹੈਗਾ ਔਰ ਉੱਥੇ ਸਾਡੇ 60 BP ਹੋਣੇ ਚਾਹੀਦੇ ਨੇ ਜ਼ਰੂਰੀ ਨੇ ਇਹ ਔਰ ਜਦੋਂ ਸਾਡੇ 60 BP ਹੋ ਗਏ ਔਰ ਜਾਨੀ ਕਿ ਇਹ 60 BP 2-250-300 ਰੁਪਏ ਦੇ ਬਣਦੇ ਨੇ ਔਰ ਸਾਡੀ ਟੀਮ ਤੋਂ ਸਾਨੂੰ ਇਹ परफॉर्मेंस बोनस मिलना शुरू हो जाता है। और दोस्तों ये भी सानू रॉयल्टी बोनस मिलता है। रॉयल्टी बोनस भी सानू जिवें असी 1000 जो अपना BP हुंदा गा और साडा 1 RRP बनदा गा और इसी तरह जदों साडा 1 RRP ते सानू ये 10 रुपए तो लेके 35 रुपए मिलते हैं और ये किवें किवें मिलते हैं जदों साडे 140 RRP हुंदे ने सानू 1400 रुपया मिलदा गा और जदों साडे 240 RRP हुंदे ने सानू 20 रुपए के हिसाब नाल 1 RRP सानू 20 रुपए मिलते हैं और सानू उत्थे 4800 रुपया मिलना शुरू हो जाता है 1 महीने का और जो साढ़े 380 RRP होंगे ने सानू 1 RRP के 25 रुपए मिलते हैं और सानू इत्थे 9500 रुपए मिलता। नैक्सट जो साढ़े 580 RRP होंगे ने सानू 17400 रुपया मिलता और 1 RRP के 30 रुपए मिलने शुरू हो जाते हैं। जो साढ़े RRP 800 होंदा गा उदों सानू 1 RRP के 35 रुपए मिलते हैं और सानू 1 महीने की जी इनकम रॉयल्टी बोनस आ 28000 रुपया मिलना शुरू हो जाता है। इस तो बाद जो डायरैक्टर बोनस है ये सी
ਰਾਇਲਟੀ ਬੌਂਡਸ, ਇਸ ਤੋਂ ਬਾਅਦ ਆਪਾਂ ਨੂੰ ਡਾਇਰੈਕਟਰ ਬੌਂਡਸ ਮਿਲੇਗਾ। ਸਭ ਤੋਂ ਹਾਈਐਸਟ ਇਨਕਮ ਹੈ ਦੋਸਤੋ ਇਹ ਡਾਇਰੈਕਟਰ ਬੌਂਡਸ ਦੀ। ਦੋਸਤੋ ਇੱਥੇ ਵੀ ਆਪਾਂ ਨੂੰ RRP ਤੇ ਹੀ ਸਾਨੂੰ ਸਾਰਾ ਬਿਜ਼ਨਸ ਮਿਲਦਾ, ਔਰ ਇੱਕ RRP 1000 BP ਜਦੋਂ ਬਣ ਜਾਂਦਾ ਗਾ ਸਾਡਾ ਪੂਰੀ ਟੀਮ ਨਾਲ ਮਿਲ ਕੇ, ਔਰ ਇੱਕ RRP ਬਣਦਾ ਗਾ, ਔਰ ਦੋਨਾਂ ਸਾਈਡਾਂ ਦੇ ਵਿੱਚ 50-50% ਸਾਡਾ ਬਿਜ਼ਨਸ ਬਣਦਾ ਗਾ। ਦੋਸਤੋ ਇੱਥੇ ਕੀ ਹੈ, ਜਦੋਂ ਸਾਨੂੰ ਸਾਡੇ 1500 RRP ਹੁੰਦੇ ਨੇ, ਸਾਨੂੰ 11250 ਰੁਪਏ ਮਿਲਦੇ ਨੇ, ਯਾਨੀ ਕਿ ਇੱਕ RRP ਦੇ 7.5 ਰੁਪਏ ਮਿਲਦੇ ਨੇ। ਔਰ ਜਦੋਂ ਸਾਡੇ ਔਰ ਸਾਨੂੰ ਰਾਇਲਟੀ ਵੀ ਮਿਲਦੀ ਹੈ ਔਰ ਡਾਇਰੈਕਟਰ ਵੀ ਮਿਲਦਾ ਗਾ, ਪਰਫਾਰਮੈਂਸ ਵੀ ਮਿਲਦਾ, ਔਰ ਇਹ ਤਿੰਨੇ ਇਨਕਮਾਂ ਸਾਨੂੰ ਉਸੇ ਹੀ RRP ਤੇ ਮਿਲਦਾ ਗਾ, ਔਰ ਐਕਸਟਰਾ ਇਸ ਤੋਂ ਕੁਝ ਨਹੀਂ ਕਰਨਾ ਪੈਂਦਾ। ਜਦੋਂ ਸਾਡੇ 3000 RRP ਹੁੰਦੇ ਨੇ, ਸਾਨੂੰ 30000 ਰੁਪਇਆ ਮਿਲਣਾ ਸ਼ੁਰੂ ਹੋ ਜਾਂਦਾ, ਯਾਨੀ ਕਿ ਇੱਕ RRP ਦੇ ਸਾਨੂੰ ਪਹਿਲਾਂ 7.5 ਰੁਪਏ ਮਿਲੇ ਸੀ, ਹੁਣ ਸਾਨੂੰ 10 ਰੁਪਏ ਮਿਲੇਗੀ। ਉਸ ਤੋਂ ਬਾਅਦ 6000 ਹੋਇਆ ਤਾਂ ਸਾਨੂੰ 60000 ਰੁਪਏ ਮਿਲਿਆ, 12000 ਹੋਇਆ 1,50,000 ਰੁਪਏ ਮਿਲਿਆ, 25000 ਹੋਇਆ ਤਾਂ ਸਾਨੂੰ 3,12,500 ਮਿਲਿਆ, ਔਰ ਸਾਡੇ ਇੱਥੇ RRP ਦਾ ਰੇਟ 12.5 ਰੁਪਏ ਹੋਇਆ, ਔਰ ਜਿਉਂ ਹੀ ਸਾਡਾ 50000 RRP ਬਣਿਆ ਸਾਨੂੰ 6,25,000 ਮਿਲਿਆ, ਔਰ ਜਦੋਂ ਸਾਡਾ 1 ਲੱਖ RRP ਹੋਇਆ ਤਾਂ ਸਾਨੂੰ ਇੱਥੇ 15 ਲੱਖ ਰੁਪਇਆ ਮਿਲਿਆ, ਯਾਨੀ ਕਿ ਇੱਕ RRP ਦਾ ਸਾਨੂੰ 15 ਰੁਪਏ ਮਿਲੇ। ਔਰ ਜਦੋਂ ਹੀ ਸਾਡਾ 2 ਲੱਖ RRP ਹੁੰਦਾ ਗਾ, ਔਰ ਸਾਨੂੰ ਇੱਥੇ 40 ਲੱਖ ਰੁਪਇਆ ਮਿਲਦਾ, ਯਾਨੀ ਕਿ ਇੱਕ RRP ਦੇ 20 ਰੁਪਏ ਮਿਲਦੇ ਨੇ। ਔਰ ਇਸ ਤੋਂ ਬਾਅਦ ਜਦੋਂ ਸਾਡੇ 5 ਲੱਖ RRP ਹੁੰਦਾ ਗਾ, ਉਦੋਂ ਸਾਨੂੰ 20 ਰੁਪਏ ਇੱਕ RRP ਦੇ ਮਿਲਦੇ ਨੇ, ਔਰ ਸਾਨੂੰ ਇੱਥੇ 1 ਕਰੋੜ ਰੁਪਇਆ ਇੱਕ ਮਹੀਨੇ ਦਾ ਦੋਸਤੋ ਮਿਲਦਾ AC ਡਾਇਰੈਕਟਰ ਬੋਨਸ। ਡਾਇਰੈਕਟਰ ਬੋਨਸ ਦੋਸਤੋ ਤੁਸੀਂ ਕਿਸੇ ਵੀ ਫੀਲਡ 'ਚ ਜਾਓ ਨਹੀਂ ਮਿਲੇਗੀ ਕਿਤੋਂ ਵੀ, ਔਰ ਤੁਹਾਡੀ ਇਹ ਜ਼ਿੰਦਗੀ ਸਵਾਰ ਦੇਣ ਵਾਲਾ ਸਿਸਟਮ ਹੈ। ਇੱਥੇ ਤੁਹਾਨੂੰ ਹਾਈਐਸਟ ਇਨਕਮ ਮਿਲੇਗੀ। ਕਰਨਾ ਕੀ ਦੋਸਤੋ, ਕੱਲਾ ਸਮਾਨ ਹੀ ਖਰੀਦਣਾ ਗਾ, ਕੋਈ ਮਹਿੰਗੇ ਸਸਤੇ ਦੀ ਗੱਲ ਨਹੀਂ ਦੋਸਤੋ। ਪਹਿਲੇ ਹਫਤੇ ਤੁਹਾਨੂੰ ਮਹਿੰਗਾ ਲੱਗੇਗਾ, ਦੂਸਰੇ ਹਫਤੇ ਤੁਹਾਨੂੰ ਇਹੀ ਸਮਾਨ, ਇਹ ਸੋਚੋ ਇਹ ਤੁਹਾਨੂੰ ਸਸਤਾ ਮਿਲਣਾ ਸ਼ੁਰੂ ਹੋ ਜਾਏਗਾ, ਤੀਸਰੀ ਵਾਰ ਤੁਹਾਨੂੰ ਫ੍ਰੀ ਮਿਲੇਗਾ, ਔਰ ਚੌਥੇ ਹਫਤੇ ਯਾਨੀ ਕਿ 1 ਮਹੀਨੇ ਦੀ ਗੱਲ ਕਰਦਾ, ਤੁਹਾਨੂੰ ਉਹੀ ਪੈਸਾ ਲਗਾਇਆ ਹੋਇਆ ਉਹੀ ਪ੍ਰੋਡਕਟ ਦੇ ਨਾਲ ਪੈਸਾ ਵੀ ਆਵੇਗਾ। 1 ਮਹੀਨੇ ਦੇ ਵਿੱਚ 4 ਹਫ਼ਤੇ ਹੁੰਦੇ ਆ ਦੋਸਤੋ, 1 ਮਹੀਨਾ ਵਿਸ਼ਵਾਸ ਕਰਕੇ ਇਸ ਸਿਸਟਮ ਨੂੰ ਕਰਕੇ ਤਾਂ ਦੇਖੋ ਤੁਸੀਂ, ਤੁਹਾਡੀ ਸਾਰਾ ਫਾਈਨੈਂਸ਼ੀਅਲ ਜੋ ਪ੍ਰੋਬਲਮ ਆ ਸੋਲਵ ਕਰ ਦੇਗਾ ਇਹ ਸਿਸਟਮ ਹੀ ਇਦਾਂ ਦਾ। ਇਹ ਆਪਣੇ ਵਰਗੇ ਉਹਨਾਂ ਸਾਰੇ ਹੀ ਲੋਕਾਂ ਲਈ ਇਹ ਡਿਜ਼ਾਈਨ ਕੀਤਾ ਗਿਆ। ਇਹ ਦੋਸਤੋ ਆਪਣੇ ਸਕਸੈਸ ਸਟੈਪਸ ਨੇ, 4 ਨੇ ਇਹ। ਔਰ ਪਹਿਲੇ ਦੇ ਵਿੱਚ ਲਰਨਿੰਗ ਆਉਂਦਾ ਗਾ, ਦੂਸਰੇ ਦੇ ਵਿੱਚ ਪਲਾਨ ਸ਼ੋ ਆਉਂਦਾ ਗਾ, ਤੀਸਰੇ ਦੇ ਵਿੱਚ ਐਕਸ਼ਨ ਆਉਂਦਾ, ਉਸ ਤੋਂ ਬਾਅਦ ਜਿਹੜਾ ਚੌਥਾ ਸਟੈਪ ਆ ਉਹ ਫੋਲੋ ਅਪ ਦਾ ਆਉਂਦਾ ਗਾ। ਆਪਾਂ ਕਰਨਾ ਕੀ ਦੋਸਤੋ, ਇਹ ਸਾਰੀਆਂ ਅਚੀਵਮੈਂਟਾਂ ਬਿਜ਼ਨਸ ਦੇ ਵਿੱਚ ਜੋ ਪੈਸਾ ਤੁਹਾਨੂੰ ਦੱਸਿਆ ਗਿਆ, ਇਸ ਨੂੰ ਲੈਣ ਲਈ ਪਹਿਲਾ ਨੰਬਰ ਇਹ ਹੈ ਕਿ ਆਪਾਂ ਲਰਨਿੰਗ ਕਰਨਾ। ਲਰਨਿੰਗ ਦੇ ਵਿੱਚ ਆਉਂਦਾ ਸਿਸਟਮ ਦੀ ਐਜੂਕੇਸ਼ਨ, ਸਿਸਟਮ ਨੂੰ ਸਿੱਖਣਾ ਗਾ, ਉਹਦੀ ਐਜੂਕੇਸ਼ਨ ਲੈਣੀ ਹੈ। ਸੇਲਸ ਐਜੂਕੇਸ਼ਨ ਲੈਣੀ ਹੈ, ਆਪਾਂ ਕਿਵੇਂ ਸਮਾਨ ਲੋਕਾਂ ਨੂੰ ਦੱਸਣਾ, ਉਹਨਾਂ ਦੀ ਡਿਮਾਂਡ ਬਣਾਉਣੀ ਉਸ ਸਮਾਨ ਦੀ, ਪ੍ਰੋਡਕਟ ਦੀ। ਔਰ ਕਮਿਊਨੀਕੇਸ਼ਨ ਸਕਿੱਲਸ ਸਿੱਖਣੇ ਨੇ, ਬਿਜ਼ਨਸ ਪਲਾਨ ਸਿੱਖਣਾ ਗਾ, ਔਰ ਫਰੈਂਚਾਈਜ਼ੀ ਮਾਡਲ ਦੇਖਣਾ ਗਾ, ਆਪਾਂ ਸਿੱਖਣਾ ਗਾ, ਲਰਨ ਕਰਨਾ, ਔਰ ਪ੍ਰੋਡਕਟ ਯੂਜ਼ ਕਰਨਾ, ਔਰ ਲੋਕਾਂ ਨੂੰ ਦੱਸਣਾ ਗਾ। ਇਹ ਸੀ ਲਰਨਿੰਗ ਵਾਲਾ ਕੰਮ। ਅੱਗੇ ਆਉਂਦਾ ਗਾ ਪਲਾਨ ਸ਼ੋ। ਆਪਾਂ 1 to 1 ਮੀਟਿੰਗ ਕਰਨੀ ਹੈ, ਹੋਮ ਮੀਟਿੰਗ ਕਰਨੀ ਹੈ, ਪ੍ਰੈਜੈਂਟੇਸ਼ਨ ਕਰਨੀ ਹੈ, ਪ੍ਰੋਡਕਟਸ ਪ੍ਰਮੋਸ਼ਨ ਕਰਨੀ ਹੈ, ਸੈਮੀਨਾਰ ਐਂਡ ਮੀਟਿੰਗ ਕਰਨੀਆਂ ਨੇ। ਇਹ ਸੀ ਪਲਾਨ ਸ਼ੋ ਦੇ ਵਿੱਚ ਦੂਸਰੇ ਸਟੈਪ ਦੇ ਵਿੱਚ। ਇਹ ਸਾਰੇ ਆਪਾਂ ਫੋਲੋ ਕਰਨੇ ਨੇ ਦੋਸਤੋ, ਇਹ ਆਪਣੀ ਜ਼ਿੰਦਗੀ ਦੇ ਵਿੱਚ ਇਹ ਰੂਲ ਲਾਗੂ ਕਰ ਰਹੇ ਨੇ। ਅਗਰ ਆਪਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਮਯਾਬ ਹੋਣਾ, ਸੀਰੀਅਸ ਹੋ ਕੇ ਆਪਾਂ ਕੰਮ ਕਰਦੇ ਆ ਤਾਂ। ਐਕਸ਼ਨ ਦੇ ਵਿੱਚ ਆਉਂਦਾ ਗਾ ਸੋਸ਼ਲ ਮੀਡੀਆ ਐਂਡ ਈਮੇਲ ਯੂਜ਼, ਐਪਸ ਐਂਡ ਵੈਬਸਾਈਟ ਦੇ ਵਿੱਚ ਵਿਜ਼ਿਟ ਕਰਨਾ, ਆਨਲਾਈਨ ਸ਼ਾਪਿੰਗ, ਯੂਜ਼ਰ ਪੈਨਲ, ਨੈਟ ਬੈਂਕਿੰਗ ਐਂਡ ਵਾਲਟ ਯੂਜ਼, ਫਰੈਂਚਾਈਜ਼ੀ ਮਾਡਲ। ਉਸ ਤੋਂ ਬਾਅਦ ਆਉਂਦਾ ਹੈਗਾ ਫੋਲੋ ਅਪ। ਫੋਲੋ ਅਪ ਆਪਾਂ ਸੋਸ਼ਲ ਮੀਡੀਆ ਤੇ ਵੀ ਲੈ ਸਕਦੇ ਹਾਂ, ਫੋਲੋ ਅਪ ਈਮੇਲ 1 to 1, ਫੋਲੋ ਅਪ RTW, ਉਸ ਤੋਂ ਬਾਅਦ ਹੋਮ ਮੀਟਿੰਗ, ਕਾਉਂਸਲਿੰਗ ਮੀਟਿੰਗ। ਇਹ ਦੋਸਤੋ ਸਕਸੈਸ ਦੇ ਸਟੈਪਸ ਸੀਗੇ, ਕਿਉਂਕਿ ਇਹ ਆਪਾਂ ਜਿਹੜੇ 4 ਸਟੈਪਸ ਨੇ ਔਰ ਇਹਨਾਂ ਸਟੈਪਾਂ ਤੇ ਚੱਲਾਂਗੇ ਔਰ ਇਹਨਾਂ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲਾਂਗੇ ਤਾਂ ਆਪਾਂ ਨੂੰ 100% ਸਕਸੈਸ ਮਿਲੇਗੀ ਨਿਰਧਾਰਤ ਹੈ। ਅਗਲੀ ਸਲਾਈਡ ਤੇ ਆਪਾਂ ਦੇਖਦੇ ਹਾਂ
ਕਿ ਇਹ ਇੱਕ ਆਪਣਾ ਬਿਜ਼ਨਸ ਗਰੋਥ ਚਾਰਟ ਹੈ। ਆਪਾਂ ਜਿੰਨਾ ਪੂਰੀ ਜ਼ਿੰਦਗੀ ਦੇ ਵਿੱਚ ਪੈਸਾ ਨਹੀਂ ਕਮਾ ਸਕਦੇ, ਅਸੀਂ ਜਿੰਨਾ ਪੂਰੀ ਜ਼ਿੰਦਗੀ 'ਚ ਨਹੀਂ ਪੈਸਾ ਕਮਾ ਸਕਦੇ, ਉਹ ਅਗਰ ਜੇ ਇਸ ਬਿਜ਼ਨਸ ਗਰੋਥ ਚਾਰਟ ਦੇ ਅਕੋਰਡਿੰਗ ਆਪਾਂ ਕੰਮ ਕਰ ਲਿਆ ਤਾਂ ਸਾਨੂੰ ਇਹ ਪੈਸਾ 4,88,25,750 ਰੁਪਏ ਆ ਜਾਣਗੇ। ਦੋਸਤੋ, ਇਸ ਨੂੰ ਕਰਨ ਲਈ ਆਪਾਂ ਕੀ ਕਰਨਾ ਪਵੇਗਾ? ਸਬਰ ਕਰਨਾ ਪਵੇਗਾ 2 ਸਾਲ, ਔਰ 2 ਸਾਲਾਂ ਦੇ ਵਿੱਚ ਹੀ ਆ ਜਾਏਗਾ। ਹੁਣ 2 ਸਾਲਾਂ ਨੂੰ ਅਗਰ ਆਪਾਂ ਇਹਨੂੰ ਇਸ ਕੰਮ ਨੂੰ ਕਰਨਾ ਤਾਂ ਆਪਾਂ ਨੂੰ ਥੋੜੇ ਜਿਹੇ ਕੰਮ ਵੰਡਣਾ ਪੈਂਦਾ, ਜਿਵੇਂ 1 ਸਾਲ, 6 ਮਹੀਨੇ ਜਾਂ 3 ਮਹੀਨੇ। ਇਸੇ ਤਰ੍ਹਾਂ ਆਪਾਂ 3-3 ਮਹੀਨਿਆਂ ਦੇ ਇਹਦੇ ਵਿੱਚ ਆਪਾਂ ਐਗਜ਼ਾਮਪਲ ਤੌਰ ਤੇ ਆਪਾਂ 8 ਕੁਆਟਰ ਬਣਾਏ ਗਏ ਨੇ ਕਿ ਤੁਸੀਂ ਅਗਰ 3 ਮਹੀਨੇ ਲਗਾਤਾਰ ਇਸ ਤਰ੍ਹਾਂ ਕੰਮ ਕਰੋਗੇ, ਜਾਣੀ ਕਿ ਪਹਿਲਾਂ ਆਪਣੀ ਲਿਸਟ ਬਣਾਓਗੇ। ਤੁਸੀਂ ਲਿਸਟ ਦੇ ਵਿੱਚ ਤੁਸੀਂ ਪਲਾਨ ਦੋਗੇ ਉਹਨਾਂ ਲੋਕਾਂ ਨੂੰ ਵੀ ਆਹ ਇਹਦਾ ਪਲਾਨ ਹੈ ਆਪਣੇ ਸਿਸਟਮ ਦਾ, ਔਰ ਤੁਹਾਡੇ ਨਾਲ ਕੁਝ ਲੋਕ ਆ ਜਾਣਗੇ। ਜਿਵੇਂ ਤੁਹਾਡੀ ਲਿਸਟ ਹੋ ਗਈ 100-200 ਲੋਕਾਂ ਦੀ, ਉਹਦੇ ਵਿੱਚ ਜਦੋਂ ਤੁਸੀਂ ਪਲਾਨ ਦਿਓਗੇ ਤਾਂ 10 ਕੁ ਲੋਕ ਤਾਂ ਤੁਹਾਡੇ ਨਾਲ ਐਗਰੀ ਹੋ ਜਾਣਗੇ, ਔਰ ਉਹਨਾਂ 10 ਦੇ ਨਾਲ ਆਪਾਂ ਅਗਲੇ ਉਸੇ 3 ਮਹੀਨਿਆਂ ਦੇ ਵਿੱਚ ਆਪਾਂ 5-5 ਲੋਕਾਂ ਨੂੰ ਲਿਆਵਾਂਗੇ, ਤਾਂ ਤੁਹਾਡੀ ਟੀਮ ਬਣ ਜਾਏਗੀ 50 ਲੋਕਾਂ ਦੀ। 50 ਦੇ ਨਾਲ ਜਦੋਂ ਉਹਨਾਂ ਨਾਲ ਲਿਸਟ ਬਣਵਾਵਾਂਗੇ, ਲਿਸਟ ਦੇ ਆਪਾਂ ਪਲਾਨ ਦੇਵਾਂਗੇ ਉਹਨਾਂ ਲੋਕਾਂ ਨੂੰ, ਔਰ ਉਹਨਾਂ ਨਾਲ ਵੀ ਜਦੋਂ ਉਹਨਾਂ ਦੀ ਲਿਸਟ ਹੋਊਗੀ 100-100 200-200 ਲੋਕਾਂ ਦੀ, ਉਹਨਾਂ ਨੂੰ ਜਦੋਂ ਪਲਾਨ ਦਿੱਤਾ ਜਾਵੇਗਾ ਤਾਂ ਉਹਨਾਂ ਨਾਲ ਵੀ 5-5 ਲੋਕ ਆ ਜਾਣਗੇ, ਜਾਣੀ ਕਿ ਤੁਹਾਡੀ ਜਿਹੜੀ ਟੀਮ ਹੈ ਔਰ ਉਹ 250 ਲੋਕਾਂ ਦੀ ਹੋ ਜਾਏਗੀ। ਔਰ ਇਸੇ ਤਰ੍ਹਾਂ ਵੱਧਦੀ ਆਪਣੀ 250 ਤੋਂ 1250 ਹੋ ਜਾਏਗੀ, 1200 ਹੋ ਜਾਏਗੀ, ਇਹ ਵੱਧਦਾ ਜਾਵੇਗਾ ਕਾਰਵਾ। ਦੋਸਤੋ, ਆਪਾਂ 3 ਮਹੀਨੇ ਦੀ ਇਨਕਮ ਦੀ ਗੱਲ ਕਰਦੇ ਹਾਂ। ਇੱਥੇ ਤੁਹਾਨੂੰ 500 ਰੁਪਏ ਆਵੇਗਾ। ਅਗਲੇ 3 ਮਹੀਨੇ ਦੇ ਵਿੱਚ, ਜਾਣੀ ਕਿ 6 ਮਹੀਨਿਆਂ ਦੇ ਵਿੱਚ ਤੁਹਾਨੂੰ 2500 ਆਵੇਗਾ। 9 ਮਹੀਨਿਆਂ ਦੇ ਵਿੱਚ ਤੁਹਾਨੂੰ 12,500 ਆਵੇਗਾ। 1 ਸਾਲ ਦੇ ਵਿੱਚ ਤੁਹਾਨੂੰ 62,500 ਆਵੇਗਾ। ਉਸ ਤੋਂ ਬਾਅਦ 1 ਸਾਲ 3 ਮਹੀਨਿਆਂ ਦੇ ਵਿੱਚ ਤੁਹਾਨੂੰ 3,12,500 ਆਵੇਗਾ। ਫਿਰ ਤੁਹਾਨੂੰ 15,62,500 ਆਵੇਗਾ। ਫਿਰ ਉਸ ਤੋਂ ਬਾਅਦ 78,12,500 ਆਵੇਗਾ, ਔਰ 2 ਸਾਲਾਂ ਦੇ ਆਖਰ ਵਿੱਚ ਤੁਹਾਨੂੰ 3,90,62,500 ਆਵੇਗਾ। ਅਗਰ ਜੇ ਆਪਾਂ ਇਹ ਕੈਲਕੂਲੇਸ਼ਨ ਕਰਦੇ ਹਾਂ, ਇਹ ਅਕਾਊਂਟ ਕਰਦੇ ਹਾਂ, ਤਾਂ ਇਹ ਬਣੇਗਾ ਟੋਟਲ 4,88,25,750 ਰੁਪਏ। ਅਗਰ ਆਪਾਂ ਸਾਲ ਦੀ ਗੱਲ ਕਰਦੇ ਹਾਂ, ਐਵਰੇਜ ਇਨਕਮ ਬਣਦੀ ਹੈ ਜੋ, ਉਹ ਬਣੇਗੀ 2,44,12,875 ਰੁਪਏ। ਅਗਰ ਆਪਾਂ 6 ਮਹੀਨਿਆਂ ਦੀ ਗੱਲ ਕਰਦੇ ਹਾਂ, 6 ਮਹੀਨਿਆਂ ਦੀ ਗੱਲ ਕਰਦੇ ਹਾਂ, ਨਹੀਂ ਸੌਰੀ, ਆਪਾਂ 3 ਮਹੀਨਿਆਂ ਦੀ ਗੱਲ ਕਰਦੇ ਹਾਂ, ਕੁਆਟਰ ਦੀ ਗੱਲ ਕਰਦੇ ਹਾਂ, ਤਾਂ ਇਹ 61,03,229 ਰੁਪਏ ਬਣਦੇ ਆ। ਅਗਰ ਆਪਾਂ 1 ਮਹੀਨੇ ਦੀ ਇਨਕਮ ਦੀ ਗੱਲ ਕਰਾਂਗੇ ਤਾਂ ਇਹ 20,34,406 ਰੁਪਏ ਬਣ ਜਾਣਗੇ। ਦੋਸਤੋ, ਲੇਕਿਨ ਆਪਾਂ ਇਸ ਗਰੋਥ ਚਾਰਟ ਦੇ ਅਕੋਰਡਿੰਗ ਆਪਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅੱਜ ਤੋਂ ਹੀ, ਤਾਂ ਤੁਹਾਨੂੰ ਜਿੰਨਾ ਤੁਸੀਂ ਪੂਰੀ ਲਾਈਫ 'ਚ ਨਹੀਂ ਪੈਸਾ ਕਮਾ ਸਕਦੇ, ਉਹ ਤੁਹਾਨੂੰ 2 ਸਾਲਾਂ ਦੇ ਵਿੱਚ ਆ ਜਾਵੇਗਾ। ਕਿਉਂਕਿ ਸਾਨੂੰ ਜ਼ਰੂਰਤ ਵੀ ਹੈ, ਔਰ ਸਾਨੂੰ ਇਸ ਤਰ੍ਹਾਂ ਕੰਮ ਵੀ ਕਰਨਾ ਪਵੇਗਾ। ਪਹਿਲਾ ਨੰਬਰ ਕੀ ਕਰਨਾ ਪਵੇਗਾ? ਆਪਾਂ ਨੂੰ ਲਿਸਟ ਬਣਾਉਣੀ ਪਊਗੀ। ਲਿਸਟ ਤੇ ਆਪਾਂ ਪਲਾਨ ਸ਼ੋ ਸਾਰਿਆਂ ਨੂੰ ਕਰਾਂਗੇ। ਆਪਾਂ ਖੁਦ ਕਰੋ, ਤੁਸੀਂ ਖੁਦ ਕਰ ਸਕਦੇ ਹੋ, ਔਰ ਆਪਣੇ ਸੀਨੀਅਰ ਨਾਲ ਬੈਠ ਕੇ ਕਰ ਸਕਦੇ ਹੋ। ਔਰ ਇਸੇ ਤਰ੍ਹਾਂ ਇਹ ਪੇਸ਼ੈਂਸ, ਸਬਰ ਦਾ ਇਹ ਸਿਸਟਮ ਹੈ। 2 ਸਾਲ ਦੇ ਵਿੱਚ ਤੁਹਾਨੂੰ 4,88,25,750 ਰੁਪਏ 100% ਸ਼ੋਰਟੀ ਹੈ ਤੁਹਾਨੂੰ ਆਵੇਗਾ ਹੀ ਆਵੇਗਾ। ਪਰ ਦੋਸਤੋ ਦੇਖੋ, ਇਸ ਸਿਸਟਮ ਦੇ ਅਕੋਰਡਿੰਗ ਹੀ ਕੰਮ ਕਰਨਾ ਪਵੇਗਾ। ਠੀਕ ਹੈ ਦੋਸਤੋ, ਇਹ ਸੀ ਆਪਣਾ ਬਿਜ਼ਨਸ ਗਰੋਥ ਚਾਰਟ। ਔਰ ਜੋ ਤੁਹਾਨੂੰ ਸਟੈਪਸ ਦੱਸੇ ਗਏ ਨੇ 4, ਉਹਨਾਂ ਨੂੰ ਫੋਲੋ ਕਰੋ। ਔਰ ਜਿਹੜੇ ਆਪਾਂ ਅਗਲੀ ਸਲਾਈਡ ਤੇ ਆਪਾਂ ਰੂਲ ਦੇਖਾਂਗੇ, ਇਹ ਰੂਲਾਂ ਨੂੰ ਆਪਾਂ ਨੂੰ ਫੋਲੋ ਕਰਨਾ ਪਵੇਗਾ। ਮੋਸਟ ਇੰਪੋਰਟੈਂਟ ਟਿਪਸ ਆ ਜੋ, ਇਹਨਾਂ ਨੂੰ ਆਪਾਂ ਫੋਲੋ ਕਰਨਾ ਪਵੇਗਾ। ਕਰਨਾ ਕੀ ਦੋਸਤੋ, ਇਹ ਜੋ ਬੇਸਿਕ ਐਂਡ ਇੰਪੋਰਟੈਂਟ ਟਿਪਸ ਨੇ 9। ਪਹਿਲਾ ਨੰਬਰ ਕੀ ਹੈ? ਸੈਟ ਯੂਅਰ ਗੋਲ। ਤੁਹਾਡਾ ਗੋਲ ਸੈੱਟ ਹੋਣਾ ਚਾਹੀਦਾ ਕਿ ਅਸੀਂ ਕਿੰਨੇ ਲੋਕਾਂ ਨੂੰ ਮਿਲਣਾ ਗਾ, ਕਿੰਨੇ ਲੋਕਾਂ ਦੀ ਲਿਸਟ ਬਣਾਈ ਹੈ, ਅਸੀਂ ਇਸ ਮਹੀਨੇ ਵਿੱਚ ਕਿੰਨਾ ਕੰਮ ਕਰਨਾ ਗਾ, 1 ਹਫ਼ਤੇ ਦੇ ਵਿੱਚ ਕਿੰਨਾ ਕੰਮ ਕਰਨਾ, 1 ਦਿਨ ਦੇ ਵਿੱਚ ਅਸੀਂ ਕਿੰਨਾ ਕੰਮ ਕਰਨਾ। ਇਹ ਸੀ ਗੋਲ ਸੈੱਟ। ਉਸ ਤੋਂ ਬਾਅਦ ਯੂਜ਼ ਦਾ ਪ੍ਰੋਡਕਟ ਦੈਨ ਸ਼ੇਅਰ ਦਾ ਪ੍ਰੋਡਕਟ। ਅਸੀਂ ਖੁਦ ਵੀ ਯੂਜ਼ ਕਰਾਂਗੇ, ਔਰ ਉਹਦੀ ਜਿਹੜੀ ਕੁਆਲਿਟੀ ਹੈ ਉਹ ਆਪਣੇ ਲੋਕਾਂ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਾਂਗੇ। ਮੇਕ ਦਾ ਲਿਸਟ ਆਫ ਡ੍ਰੀਮਸ ਐਂਡ ਪ੍ਰੋਸਪੈਕਟ। ਔਰ ਆਪਣੀ ਲਿਸਟ ਦੇ ਵਿੱਚ ਜਿਹੜੇ ਡ੍ਰੀਮ ਹੋਣਗੇ ਉਹ ਲਿਖਾਂਗੇ, ਔਰ ਪ੍ਰੋਸਪੈਕਟ ਵੀ ਕਰਾਂਗੇ। ਔਰ ਆਪਣੇ ਜਿਹੜੇ
ਇਸ ਤਰ੍ਹਾਂ ਆਪਾਂ ਡ੍ਰੀਮ ਲਿਖਾਂਗੇ ਔਰ ਲਿਸਟ ਦੇ ਵਿੱਚ ਜਦੋਂ ਇਹ ਸਾਰਾ ਕੁਝ ਆਵੇਗਾ ਤਾਂ ਹੀ ਅਸੀਂ ਉਹ ਪ੍ਰੋਸਪੈਕਟ ਕਰ ਪਾਵਾਂਗੇ ਔਰ ਅਸੀਂ ਆਪਣੇ ਡ੍ਰੀਮਾਂ ਲਈ ਕੰਮ ਕਰਾਂਗੇ। ਉਸ ਤੋਂ ਬਾਅਦ ਚੌਥਾ ਸਟੈਪ ਆ ਜਾਂਦਾ ਮੀਟ ਮੋਰ ਪੀਪਲ ਐਂਡ ਸ਼ੋ ਮੋਰ ਪੀਪਲ। ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਾਂਗੇ, ਪਲਾਨ ਸ਼ੋ ਕਰਾਂਗੇ ਔਰ ਜਦੋਂ ਅਸੀਂ ਮਿਲਾਂਗੇ ਤਾਂ ਉਹ ਫਿਰ ਅਸੀਂ ਪਲਾਨ ਸ਼ੋ ਕਰਾਂਗੇ। ਇਹ ਜ਼ਰੂਰੀ ਹੈ ਜੀ, ਜ਼ਿਆਦਾ ਤੋਂ ਜ਼ਿਆਦਾ ਅਸੀਂ ਪਲਾਨ ਸ਼ੋ ਕਰੀਏ। ਉਸ ਤੋਂ ਬਾਅਦ ਸ਼ੋ ਮੋਰ ਪਲਾਨ ਐਂਡ ਕਨਵਰਟ ਮੋਰ ਸੇਲਸ। ਜਦੋਂ ਆਪਾਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਾਂਗੇ, ਪਲਾਨ ਸ਼ੋ ਕਰਾਂਗੇ ਔਰ ਸ਼ੋ ਦਾ ਜਦੋਂ ਆਪਾਂ ਪਲਾਨ ਕਰਾਂਗੇ ਉਸ ਤੋਂ ਬਾਅਦ ਉਹਨੂੰ ਆਪਾਂ ਸੇਲ 'ਚ ਬਦਲਾਂਗੇ, ਜ਼ਿਆਦਾ ਤੋਂ ਜ਼ਿਆਦਾ ਆਪਣੀ ਸੇਲ ਦੇ ਵਿੱਚ ਬਦਲਾਂਗੇ। ਉਹਨਾਂ ਨੂੰ ਦੱਸਾਂਗੇ ਕਿ ਇਹ ਪ੍ਰੋਡਕਟ ਇਹ ਕੰਮ ਕਰਦਾ, ਇਹ ਆਪਾਂ ਨੂੰ ਇਹ ਜ਼ਰੂਰਤ ਆ। ਅਗਰ ਲੋਕਾਂ ਨੂੰ ਤੁਸੀਂ ਪ੍ਰੋਡਕਟ ਵੇਚਣਾ ਨਹੀਂ ਹੈ, ਡਿਮਾਂਡ ਬਣਾਉਣੀ ਹੈ ਦੋਸਤੋ। ਅੱਛੀ ਚੀਜ਼ ਹੈ, ਆਪਣੇ ਕੋਲ ਵਧੀਆ ਕੁਆਲਿਟੀ ਦੇ ਪ੍ਰੋਡਕਟ ਨੇ ਔਰ ਆਮ ਰੇਟ ਨੇ ਔਰ ਇਹਨਾਂ ਦੀ ਡਿਮਾਂਡ ਬਣਾਓ ਦੋਸਤੋ, ਵੇਚੋ ਨਾ ਤੁਸੀਂ। ਔਰ ਉਸ ਤੋਂ ਬਾਅਦ ਫੋਲੋ ਅਪ ਵਿਦਨ 48 ਆਵਰ, ਜਾਣੀ ਕਿ ਆਪਾਂ ਜਿਨ੍ਹਾਂ ਲੋਕਾਂ ਨੂੰ ਸ਼ੋਅ ਪਲਾਨ ਕੀਤਾ ਹੋਵੇਗਾ 48 ਘੰਟਿਆਂ ਦੇ ਵਿੱਚ ਉਹਨਾਂ ਦਾ ਫੋਲੋ ਅਪ ਲੈਣਾ ਜ਼ਰੂਰੀ ਹੈ। ਜਾਣੀ ਕਿ 2 ਦਿਨਾਂ ਦੇ ਵਿੱਚ ਚਾਹੇ ਉਹਨਾਂ ਨੂੰ ਫੋਨ ਕਾਲ ਕਰੋ ਜਾਂ ਉਹਨਾਂ ਨੂੰ ਮਿਲ ਕੇ ਆਓ, ਇਹ ਆਪਾਂ ਫੋਲੋ ਅਪ ਕਰਨਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ 7ਵਾਂ ਆਪਣਾ ਸਟੈਪ ਆ ਗਿਆ ਲਰਨ ਫੋਰ ਅਪਲਾਈਨ ਐਂਡ ਟੀਚ ਡਾਊਨਲਾਈਨ। ਆਪਾਂ ਅਪਲਾਈਨ ਤੋਂ ਸਿੱਖਣਾ ਹੈਗਾ ਔਰ ਟੀਚ ਡਾਊਨਲਾਈਨ ਨੂੰ ਸਿਖਾਉਣਾ ਹੈਗਾ। ਔਰ ਆਪਾਂ ਜੇ ਸਿੱਖਾਂਗੇ ਨਹੀਂ ਤਾਂ ਆਪਾਂ ਡਾਊਨਲਾਈਨ ਨੂੰ ਸਿਖਾਵਾਂਗੇ ਨਹੀਂ। ਆਪਣੀ ਜਿਹੜੀ ਟੀਮ ਹੋਊਗੀ ਉਹਨਾਂ ਨੂੰ ਕੀ ਸਿਖਾਵਾਂਗੇ ਦੋਸਤੋ? ਤੁਸੀਂ ਖੁਦ ਸਿੱਖੋ ਤੇ ਆਪਣੀ ਟੀਮ ਨੂੰ ਆਪਾਂ ਸਿਖਾਈਏ। ਕੰਟੈਕਟ ਐਂਡ ਇਨਵਾਈਟ ਮੋਰ ਗੈਸਟ ਇਨ ਮੀਟਿੰਗ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਨਵਾਈਟ ਕਰੀਏ ਆਪਣੀ ਮੀਟਿੰਗ ਦੇ ਵਿੱਚ। ਆਰਗੇਨਾਈਜ਼ ਔਨ ਇਵੈਂਟ। ਆਪਾਂ ਵਧੀਆ ਕਿਸੇ ਰੈਸਟੋਰੈਂਟ 'ਚ ਜਾਂ ਹੋਰ ਕਿਤੇ ਵੀ ਆਪਾਂ ਜਗ੍ਹਾ ਦੇਖੀਏ, ਹੋਟਲਾਂ ਦੇ ਵਿੱਚ ਆਪਾਂ ਆਪਣੇ ਮੀਟਿੰਗ ਕਰੀਏ, ਇਵੈਂਟ ਕਰਵਾਈਏ, ਉਹ ਆਪਾਂ ਖੁਦ ਇਹਦੇ ਹਿੱਸੇਦਾਰ ਬਣੀਏ, ਖੁਦ ਕਰਵਾਈਏ। ਉਸ ਤੋਂ ਬਾਅਦ 9 ਕਾਰਡੀਨਲ ਰੂਲਸ ਆ ਜਾਂਦੇ ਨੇ, ਜਿਹੜੇ ਬਹੁਤ ਵਧੀਆ ਰੂਲ ਨੇ ਇਹ। ਪਹਿਲਾ ਇਹਦੇ ਵਿੱਚ ਆਉਂਦਾ ਰੀਡ ਐਂਡ ਲਰਨ ਦਾ ਬਿਜ਼ਨਸ ਪਲਾਨ ਐਵਰੀਡੇ। ਆਪਾਂ ਡੇਲੀ ਬਿਜ਼ਨਸ ਨੂੰ ਰੀਡ ਕਰੀਏ, ਲਰਨ ਕਰੀਏ ਤੇ ਪਲਾਨ ਕਰੀਏ ਡੇਲੀ। ਔਰ ਅਗਲਾ ਜੋ ਸਟੈਪ ਆ ਉਹਦੇ ਵਿੱਚ ਕੀ ਹੈ ਦੋਸਤੋ, ਉਸਦੇ ਵਿੱਚ ਆਪਾਂ ਕੀ ਕਰਨਾ ਹੈਗਾ ਕਿ ਨੈਵਰ ਅਪਲਾਈ ਐਨੀ ਨਿਊ ਸੈਲਫ ਆਈਡੀਆ ਵਿਦਾਊਟ ਦਾ ਕਨਸੈਂਟ ਆਫ ਦਾ ਸਿਸਟਮ। ਜਿਹੜੇ ਵੀ ਆਪਣੇ ਦਿਮਾਗ ਦੇ ਵਿੱਚ ਕੋਈ ਵੀ ਨਵੇਂ ਆਈਡੀਏ ਆਉਂਦੇ ਨੇ ਔਰ ਉਹ ਆਪਾਂ ਸਿਸਟਮ ਦੇ ਵਿੱਚ ਅਪਲਾਈ ਨਾ ਕਰੀਏ, ਲਾਗੂ ਨਾ ਕਰੀਏ। ਆਪਣਾ ਕਈ ਵਾਰੀ ਕੋਈ ਲੋਕ ਆਪਦੇ ਵੱਲੋਂ ਹੀ ਕੋਈ ਨਾ ਕੋਈ ਫਾਰਮੂਲਾ ਵਰਤਣ ਲੱਗ ਜਾਂਦੇ ਨੇ, ਨਹੀਂ, ਇਦਾਂ ਦਾ ਨਾ ਕਰਿਓ। ਜਿਵੇਂ ਦਾ ਪਲਾਨ ਆ, ਜੋ ਆਪਣਾ ਆ PDF ਤੁਹਾਨੂੰ ਸ਼ੇਅਰ ਕੀਤਾ ਗਿਆ, ਇਹਦੇ ਅਕੋਰਡਿੰਗ ਹੀ ਤੁਸੀਂ ਕੰਮ ਕਰੋ। ਔਰ ਅਗਲਾ ਜੋ ਸਟੈਪ ਆ ਉਹ ਆ ਨੈਵਰ ਪਾਸ ਨੈਗੇਟਿਵਿਟੀ ਟੂ ਡਾਊਨਲਾਈਨ ਐਂਡ ਕ੍ਰੋਸਲਾਈਨ। ਕਦੇ ਵੀ ਦੋਸਤੋ ਆਪਾਂ ਜੋ ਦੇਵਾਂਗੇ, ਜੋ ਬੀਜਾਂਗੇ ਉਹ ਮਿਲੇਗਾ। ਅਗਰ ਜੇ ਤੁਸੀਂ ਨੈਗੇਟਿਵਿਟੀ ਫੈਲਾਓਗੇ ਆਪਦੀ ਟੀਮ 'ਚ ਜਾਂ ਆਪਦੀ ਕ੍ਰੋਸਲਾਈਨ ਜਾਂ ਦੋਸਤਾਂ ਮਿੱਤਰਾਂ 'ਚ, ਔਰ ਕੁਦਰਤ ਦਾ ਨਿਯਮ ਆ ਉਹ ਤੁਹਾਡੇ ਕੋਲ ਦੁੱਗਣਾ ਹੋ ਕੇ ਮਿਲੇਗਾ, 10 ਗੁਣਾ ਹੋ ਕੇ ਮਿਲੇਗਾ। ਅਗਰ ਤੁਸੀਂ ਪੋਜ਼ਿਟਿਵ ਥਿੰਕਿੰਗ ਰੱਖਦੇ ਹੋ, ਲੋਕਾਂ ਨੂੰ ਅੱਛੇ ਵਿਚਾਰ ਦਿੰਦੇ ਹੋ, ਉਹਨਾਂ ਨੂੰ ਸੇਧ ਦਿੰਦੇ ਹੋ, ਉਹਨਾਂ ਨੂੰ ਬਹੁਤ ਚੀਜ਼ਾਂ ਤੋਂ ਸੁਚੇਤ ਕਰਦੇ ਹੋ। ਜਿਵੇਂ ਨਸ਼ੇ ਆਉਂਦੇ ਨੇ, ਬੜਾ ਕੁਛ ਏਦਾਂ ਦਾ ਹੁੰਦਾ ਵਾ, ਜਾਂ ਉਹ ਬੇਰੁਜ਼ਗਾਰ ਨੇ, ਉਹਨਾਂ ਨੂੰ ਤੁਸੀਂ ਉਹਨਾਂ ਚੀਜ਼ਾਂ ਤੋਂ ਬਚਾਉਣੇ ਹੋ, ਅੱਛੀ ਚੀਜ਼ਾਂ ਦੱਸਦੇ ਹੋ, ਉਹਨਾਂ ਨੂੰ ਤੁਸੀਂ ਕੰਮ ਬਾਰੇ ਗੱਲ ਕਰਦੇ ਹੋ, ਤਾਂ ਇਹ ਪੋਜ਼ਿਟਿਵਿਟੀ ਤੁਸੀਂ ਫੈਲਾਓ। ਜ਼ਿਆਦਾ ਨੈਗੇਟਿਵਿਟੀ ਫੈਲਾਓਗੇ ਤੁਹਾਡੇ ਕੋਲੇ ਵਾਪਸ ਆਵੇਗੀ ਹੀ ਆਵੇਗੀ। ਤੁਹਾਡੇ ਕੋਲੇ ਨਾ ਆਵੇਗੀ ਅਗਰ ਜੇ ਆਪਾਂ ਮਾੜਾ ਸਮਾਜ ਸਿਰਜਾਂਗੇ ਤਾਂ ਸਾਡੇ ਬੱਚਿਆਂ ਤੇ ਉਹ ਮਾੜਾ ਪ੍ਰਭਾਵ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਅਸੀਂ ਮਾੜਾ ਸਮਾਜ ਨੂੰ ਬਣਾਇਆਗਾ। ਅਸੀਂ ਅੱਛਾ ਸਮਾਜ ਸਿਰਜਾਂਗੇ ਤਾਂ ਸਾਡੇ ਬੱਚੇ ਵੀ ਅੱਛੇ ਸਮਾਜ ਦੇ ਵਿੱਚ ਆਉਣਗੇ ਔਰ ਸਾਨੂੰ ਕੋਈ ਖਤਰਾ ਵੀ ਨਹੀਂ ਹੋਵੇਗਾ। ਮਾਈਂਡ ਯੂਅਰ ਓਨ ਬਿਜ਼ਨਸ। ਆਪਣਾ ਜਿਹੜਾ ਮਾਈਂਡ ਆ, ਜਿਹੜੇ ਆਪਣੇ ਬਿਜ਼ਨਸ ਨੂੰ ਆਪਾਂ ਅੱਛੀ ਕਮਾਂਡ ਦਈਏ, ਆਪਣੇ ਦਿਮਾਗ ਨੂੰ ਬਿਜ਼ਨਸ ਦੇ ਵਿੱਚ ਲਗਾਈਏ ਔਰ ਵਧੀਆ ਆਪਾਂ ਇਹ ਚੀਜ਼ ਦੇ ਕੰਮ ਕਰੀਏ। ਨੈਵਰ ਮੈਸ ਅਪ ਵਿਦ ਐਨੀਬੋਡੀਜ਼ ਮਨੀ, ਈਗੋ ਐਂਡ ਫੈਮਿਲੀ। ਕਿਸੇ ਦੇ ਪੈਸੇ ਤੇ ਜਾਂ ਆਪਾਂ ਕਿਸੇ ਦੀ ਫੈਮਿਲੀ ਨਾਲ ਮਾੜਾ ਵਿਵਹਾਰ, ਛੇੜਛਾੜ, ਏਦਾਂ ਦਾ ਕੋਈ ਵੀ ਵਿਵਹਾਰ ਨਾ ਬਣਾਈਏ, ਈਗੋ ਹਰਟ ਨਾ ਕਰੀਏ, ਆਪਣਾ ਹੰਕਾਰ ਨਾ ਦਿਖਾਈਏ, ਕਿਸੇ ਨੂੰ ਮਿਸਗਾਈਡ ਨਾ ਕਰੋ। ਨੈਵਰ ਕ੍ਰਿਟੀਸਾਈਜ਼, ਕੰਡਮ ਐਂਡ ਕੰਪਲੇਨ ਟੂ ਐਨੀਵਨ। ਨਾ ਕਿਸੇ ਦੀ ਨਿੰਦਿਆ ਕਰੋ,
ਨਾ ਕਿਸੇ ਦੀ ਸ਼ਿਕਾਇਤ ਕਰੋ ਔਰ ਨਾ ਹੀ ਕਿਸੇ ਨੂੰ ਮਾੜਾ ਕਹੋ। ਨੈਵਰ ਯੂਜ਼ ਅਲਕੋਹਲ ਐਂਡ ਸਮੋਕ ਇਨ ਬਿਜ਼ਨਸ ਔਰ ਲਾਈਫ। ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਔਰ ਬਿਜ਼ਨਸ ਦੇ ਵਿੱਚ ਨਾ ਲੈ ਕੇ ਆਓ, ਜਿਵੇਂ ਕਿ ਸਿਗਰਟ ਔਰ ਸ਼ਰਾਬ। ਡੋਂਟ ਲਾਈ ਐਂਡ ਅਨਸੈਂਸਰੀ ਸ਼ੋ ਅਪ। ਜਿਹੜਾ ਝੂਠ ਬੋਲਣਾ, ਝੂਠਾ ਸ਼ੋ ਅਪ ਕਰਨਾ, ਇੱਕ ਗਧੇ ਨੇ ਸ਼ੇਰ ਵਾਲੀ ਖੱਲ ਦਾ ਕੰਮ ਕਰਨਾ, ਉਦਾਂ ਦਾ ਨਾ ਕਰੋ। ਇੱਕ ਦਿਨ ਤੁਹਾਡਾ ਜਿਹੜਾ ਨਕਾਬ ਆ ਉਹ ਉਤਰ ਜਾਣਾ ਗਾ। ਤੁਸੀਂ ਈਗੋ ਨਾ ਕਰੋ, ਨਾ ਝੂਠਾ ਪ੍ਰਦਰਸ਼ਨ ਕਰੋ, ਜੋ ਹੈ ਸੱਚ ਬੋਲੋ ਔਰ ਸਹੀ ਰਹੋ। ਜ਼ਿਆਦਾ ਵਾਧੂ ਘਾਟੂ ਜਿਹੜਾ ਸ਼ੋ ਅਪ ਨਾ ਕਰੋ। ਲਰਨ ਟੀਚ ਐਂਡ ਡੁਪਲੀਕੇਟ। ਸਿੱਖੋ, ਸਿਖਾਓ ਤੇ ਡੁਪਲੀਕੇਟ ਕਰੋ ਆਪਣੀ ਸੀਨੀਅਰ ਦੀ। ਦੋਸਤੋ ਇਹ ਮੋਸਟ ਇੰਪੋਰਟੈਂਟ ਟਿਪਸ ਸੀਗੇ, ਇਹ ਤੇ ਆਪਾਂ ਕੰਮ ਕਰਨਾ ਹੈਗਾ ਔਰ 100% ਆਪਾਂ ਪ੍ਰੋਡਕਟ ਨੂੰ ਯੂਜ਼ ਕਰਨਾ ਹੈਗਾ। ਕ੍ਰੀਏਟ ਨਿਊ ਕੰਟੈਕਟ ਬਣਾਉਣਾ ਹੈਗਾ। ਨਵੇਂ ਆਪਾਂ ਜਿਹੜੀ ਨਵੇਂ ਲੋਕਾਂ ਦੀ ਲਿਸਟ ਬਣਾਉਣੀ ਹੈ ਔਰ ਟੀਮ ਲਿਸਟ ਬਣਾਉਣੀ ਹੈ ਔਰ ਕ੍ਰੀਏਟ ਡੇਲੀ ਕਾਉਂਸਲਿੰਗ ਕਰਨੀ ਹੈ, ਕਾਉਂਸਲਿੰਗ ਲਿਸਟ ਕਰਨੀ ਹੈ, ਕ੍ਰੀਏਟ ਲੀਡਰ ਲਿਸਟ ਬਣਾਉਣੀ ਹੈ, ਕ੍ਰੀਏਟ ਅਪਲਾਈਨ ਲਿਸਟ ਕਰਨੀ ਹੈ ਔਰ 1 ਘੰਟਾ ਡੇਲੀ सक्सेस बुक रीड करनी है। 30 मिनट डेली सेल्फ स्टोरी राइटिंग करनी है और 30 मिनट डेली सिस्टम स्टडी करना है। एक 1 आवर डेली ऑडियो लिसन, यानी कि आप डेली ऑडियो सुनो, अच्छी ऑडियो कोई भी सुन सकते हैं तुसी। और 1 घंटा डेली तुसी वीडियो वॉच करो। पॉजिटिव थिंकर जिवें अपने ट्रेनर होंदे ने, जिवें शिव खेड़ा जी, उज्जवल पाटनी, संतोष नहर जी, दीपक बजाज जी, इस तरह के बहुत सारे जो मोटिवेशनल ने उन्होंने तुसीं सुनो। 2 होम डेली, देखो जो आप काम करने वाले ने वो इस तरह ही है जिवें 2 होम मीटिंग आप डेली करनियां ही करनियां। ग्रुप मीटिंग आप वीक दे विच 1 वारी करनी है। टीम काउंसलिंग वीकली करना। मंथली जो अटेंड आ वो भी आप करना। ट्रेनिंग एंड सैमीनार भी LDP भी करना। आप ये सारे रूल ने ये अपने सक्सैस दे लई। और दोस्तों ये चीज़ां आप करते जाना और तुसीं ये 2 साल ही करो दोस्तों। ये पहले दिन तो ये फॉलो कर लो और 2 साल तुहानूं पता ही नहीं चलना किवें दे लंघ गए और कदों तुहानूं वो सारा पैसा आ गया जो इत्थे हुण दस्सिया गया सी, जिवें फ्लो चार्ट दे विच दस्सिया गया, बिजनेस फ्लो चार्ट दे विच दस्सिया गया। और मैं उम्मीद करदा गा कि सारे दोस्तों नूं ये सारा जिहड़ा मैं प्लान दिता समझ आया होवेगा और तुहानूं ये अच्छी तरह ਜਿਹੜੇ ਇਹ ਜਰਨਲ ਆਪਣੇ ਚਲੋ ਥੈਂਕਸ ਯੂ। ਔਰ ਜੋ ਇਹ ਲਾਸਟ 2 ਸਲਾਈਡਾਂ ਸੀਗੀਆਂ ਔਰ ਇਹਦੇ ਬਾਰੇ ਆਪਾਂ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਹਾਂ, ਉਹੀ ਸੇਮ ਸਾਰਾ ਕੰਡੀਸ਼ਨਾਂ ਨੇ ਉਹ ਸਾਰਾ ਉਹਦੇ ਵਿੱਚ ਦੱਸਿਆ ਗਿਆ। ਔਰ SLC ਵੱਲੋਂ ਤੁਹਾਡਾ ਸਵਾਗਤ ਥੈਂਕ ਯੂ ਕੀਤਾ ਜਾਂਦਾ ਗਾ। ਤੁਸੀਂ ਬੜੇ ਧਿਆਨਪੂਰਵਕ ਨਾਲ ਇਹ ਜੋ ਬਿਜ਼ਨਸ ਪਲਾਨ ਨੂੰ ਸੁਣਿਆ, ਸਮਝਿਆ ਔਰ ਇਹ ਲਾਈਫ ਚੇਂਜ ਓਪਰਚੁਨਿਟੀ ਹੈ ਦੋਸਤੋ। ਲਾਈਫ ਚੇਂਜ ਓਪਰਚੁਨਿਟੀ ਸਿਰਫ ਕਹਿਣ ਨਾਲ ਨਹੀਂ ਦੋਸਤੋ ਹੋਵੇਗੀ ਔਰ ਬਹੁਤ ਸਾਰੇ ਲੋਕਾਂ ਦੀ ਲਾਈਫ ਚੇਂਜ ਹੋ ਰਹੀ ਹੈ। ਇਹ ਏਦਾਂ ਦੀ ਓਪਰਚੁਨਿਟੀ ਹੈ ਕਿ ਇਹਦੇ ਵਿੱਚ ਜਿੰਨੇ ਲੋਕ ਆਉਣਗੇ ਸਾਰਿਆਂ ਦਾ ਹੀ ਭਲਾ ਹੋਵੇਗਾ, ਸਾਰਿਆਂ ਦਾ ਹੀ। ਕਿਉਂਕਿ ਜਿਹੜੇ ਆਪਣੇ ਇਹ ਪ੍ਰੋਡਕਟਾਂ ਦੀ ਗੱਲ ਕੀਤੀ ਹੈ ਉਹ ਸਾਰੇ ਹੀ ਯੂਜ਼ ਕਰ ਰਹੇ ਨੇ। ਹੈਲਥ ਕੇਅਰ, ਵੂਮਨ ਕੇਅਰ, ਬੇਬੀ ਕੇਅਰ, ਪਰਸਨਲ ਕੇਅਰ, ਬਿਊਟੀ ਕੇਅਰ, ਸਪਾਈਸ, FMCG, ਨਿਊਟ੍ਰੀਸ਼ਨ ਸਪਲੀਮੈਂਟਸ, ਟੈਕਸਟਾਈਲਸ, ਗਾਰਮੈਂਟਸ, ਫੈਸ਼ਨ ਐਸੈਸਰੀ, ਟੋਇਸ, ਸਟੇਸ਼ਨਰੀ, ਇਲੈਕਟ੍ਰੋਨਿਕਸ ਤੇ ਮੀਡੀਆ। ਇਹ ਸਾਰੇ ਪ੍ਰੋਡਕਟ ਆਪਾਂ ਦੋਸਤੋ ਜੋ ਵੀ ਪੈਸਾ ਕਮਾਉਣੇ ਉਹ ਖਰੀਦਦੇ ਆ ਔਰ ਇੱਧਰ ਜਾਂਦਾ ਹੀ ਆਪਣਾ ਪੈਸਾ। ਔਰ ਦੋਸਤੋ ਤੁਸੀਂ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਾਮਯਾਬ ਹੋ ਸਕਦੇ ਹੋ, 100% ਹੋਵੋਗੇ ਅਗਰ ਤੁਸੀਂ ਇਹ ਸਾਰਾ ਸਿਸਟਮ ਦੇ ਅਕੋਰਡਿੰਗ ਚੱਲਦੇ ਹੋ ਤਾਂ।